ਆਪਾਂ ਕੁਝ ਟਾਈਮ ਪਹਿਲੇ ਇੱਕ ਵੌਇਸ ਸੁਣੀ ਸੀ, ਇੱਕ ਬਹੁਤ ਵਧੀਆ ਲਿਰਿक्स ਚੱਲ ਰਹੇ ਸੀ ਤੇ ਮੇਰਾ ਹੁਣ ਕੁਐਸਚਨ ਆ ਗਿਆ ਹੈਗਾ ਕਿ ਕੋਈ ਗੈਸ ਕਰ ਸਕਦਾ ਹੈ ਕਿ ਉਸ ਲਿਰਿक्स ਦੇ ਉਹ ਲਿਰਿक्स ਕਿਨੇ ਗਾਇਆ ਸੀ, ਸਿੰਗਰ ਕੌਣ ਸੀ ਉਹਦਾ? ਗੈਸ ਕਰਨ ਨੂੰ ਤੇ ਹੱਥ ਖੜਾ ਕਰਕੇ ਤਾਂ ਆ ਸਕਦਾ, ਕੋਈ ਇਹਦੇ ਚ ਪੈਨਲਟੀਜ਼ ਨਹੀਂ ਹੈਗੀਆਂ ਤੇ ਆਪਾਂ ਹੱਥ ਖੜਾ ਕਰੀਏ। ਕੋਈ ਵੀ ਦੇਖੋ, ਇੱਕ ਤੇ ਸਾਨੂੰ ਨਾ ਥੋੜਾ ਝਾਕੇ ਤੋਂ ਬਾਹਰ ਆਉਣਾ ਪਏਗਾ ਕਿਉਂਕਿ ਆਪਾਂ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਆ। ਸਾਨੂੰ ਝਾਕਿਆਂ ਨਾਲ ਕੁਝ ਨਹੀਂ ਹੁੰਦਾ, ਸਾਨੂੰ ਨਾ ਤੇ ਕੋਈ ਸ਼ਰਮ ਦੇ ਵਿੱਚ ਹੈਗਾ ਆਪਾਂ ਕੋਈ, ਨਾ ਤੇ ਅਸੀਂ ਕਿਸੇ ਕੋਲੋਂ ਘਬਰਾਉਂਦੇ ਆ। ਤੇ ਜਦ ਤੱਕ ਅਸੀਂ ਗੱਲ ਨਹੀਂ ਕਰਾਂਗੇ ਨਾ ਝਾਕਾ ਨਿਕਲੇਗਾ ਹੀ। ਤੇ ਅਸੀਂ ਇਹ ਝਾਕਾ ਸਾਨੂੰ ਕੁਐਸਚਨਸ ਪੁੱਛਣ ਨੂੰ ਔਰ ਬਹੁਤ ਸਾਰੀ ਚੀਜ਼ਾਂ ਤੋਂ ਪਿੱਛੇ ਕਰਦਾ ਸਾਨੂੰ, ਤੇ ਸਾਨੂੰ ਇਹ ਝਾਕੇ ਤੋਂ ਬਾਹਰ ਆਉਣਾ ਪਏਗਾ। ਹੁਣ ਕੋਈ ਵੀ ਬੰਦਾ ਹੱਥ ਖੜਾ ਕਰੇ, ਦੱਸੇ ਮੈਨੂੰ। ਹਾਂਜੀ ਬੱਚੇ, ਮਾਈਕ ਲੈ ਕੇ ਜਾਓ ਜੀ ਇਹਨਾਂ ਕੋਲ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਵੈਰੀ गाया गया है पुनूर प्रोडक्शंस द्वारा। ਗਾਇਆ ਗਿਆ ਹੈ ਪੁਨੂਰ ਪ੍ਰੋਡਕਸ਼ਨ। ਅੱਛਾ, ਤੇ ਇਹਦੇ ਸਿੰਗਰ ਜਿਹੜੇ ਹੈਗੇ ਆ ਉਹ ਕੌਣ ਹੋਣਗੇ? हाँ उन्होंने तो है। चलो वेरी गुड, लेट्स हैव अपलॉज फॉर हर। सो पहली तो गल है कि इन्होंने हाथ खड़ा करके जवाब दिता सारिਆਂ ਦੇ ਵਿੱਚੋਂ। ਆਪਾਂ ਇਦਾਂ ਦੀ ਪਰਸਨੈਲਿਟੀਜ਼ ਬਣਨੀਆਂ ਨੇ, ਸਾਨੂੰ ਝਾਕੇ ਨਹੀਂ ਚਾਹੀਦੇ, ਹੈ ਨਾ। ਸਾਨੂੰ ਇੱਕ ਦੂਜੇ ਨੂੰ ਜੱਜ ਵੀ ਨਹੀਂ ਕਰਨਾ। ਜੇ ਸਪੋਜ਼ ਕੋਈ ਬੰਦਾ ਜਾਂ ਕੁੜੀ ਆਪਣਾ ਜਵਾਬ ਨਹੀਂ ਵੀ ਦਿੰਦੇ, ਆਪਾਂ ਕਿਸੇ ਨੂੰ ਹੱਸਣਾ ਨਹੀਂ ਹੈ ਇੱਕ ਦੂਜੇ ਦੇ ਉੱਤੇ, ਰਾਈਟ। ਅਸੀਂ ਸਾਰੇ ਸਿੱਖਣ ਨੂੰ ਆਏ ਆ, ਸਾਡਾ ਨਾਂ ਹੀ ਸਿੱਖ ਹੈਗਾ। ਅਸੀਂ ਸਿੱਖ ਹੀ ਰਹੇ ਹਾਂ। ਅਸੀਂ ਹਜ਼ਾਰਾਂ ਗਲਤੀਆਂ ਕਰਦੇ, ਮੈਂ ਹੁਣ ਦੀ ਡੇਟ ਤੇ ਹਜ਼ਾਰਾਂ ਗਲਤੀਆਂ ਕਰਦਾ, ਰਾਈਟ। ਤੇ ਇਸ ਲਈ ਸਾਨੂੰ ਘਬਰਾਉਣਾ ਨਹੀਂ ਹੈ, ਸਾਨੂੰ ਇਹ ਵੀ ਨਹੀਂ ਦੇਖਣਾ ਕਿ ਦੂਜਾ ਮੈਨੂੰ ਕੀ ਸੋਚੇਗਾ। ਇਹ ਇੱਕ ਬੜੀ ਵੱਡੀ ਸਾਡੀ ਬੈਰੀਅਰ ਹੈਗਾ ਬੱਚਿਆਂ ਦੇ ਵਿੱਚ। ਅਸੀਂ ਇਹ ਚੀਜ਼ਾਂ ਨੂੰ ਹਮੇਸ਼ਾ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਰਾਈਟ। ਤੇ ਤੁਹਾਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਆਸ਼ਚर्य ਹੋਏਗਾ ਕਿ ਇਹ ਜਿਹੜਾ ਸੌਂਗ ਦੇ ਜਿਹਨੇ ਗਾਇਆ, ਸਿੰਗਰ ਜਿਹੜੇ ਹੈਗੇ ਆ, ਉਹ ਕੋਈ ਵੀ ਹਿਊਮਨ ਨਹੀਂ ਹੈਗਾ। ਇਟਸ ਅ AI। ਕੋਈ ਬਿਲੀਵ ਕਰ ਸਕਦਾ ਹੈ ਕਿ AI ਨੇ ਇੰਨਾ ਵਧੀਆ ਗਾਣਾ ਗਾਇਆ ਹੈ? ਇਹਦੇ ਲਿਰਿक्स ਜਿਹੜੇ ਹੈਗੇ ਸੀ ਉਹ ਡਾਕਟਰ ਸਾਹਿਬ ਨੇ ਲਿਖੇ ਆ, ਪਰ ਇਹਦਾ ਜਿਹੜੀ ਬੋਲ ਸੀ, ਜਿਹੜਾ ਪਿੱਛੇ ਮਿਊਜ਼ਿਕ ਸੀ, ਉਹ AI ਦੀ ਸੀ। ਤੇ ਇਮੈਜਿਨ ਕਿ ਇੰਨੇ ਪ੍ਰੋਫੈਸ਼ਨਲ ਸਿੰਗਰਸ ਕੋਲੋਂ ਵਧੀਆ, ਜਿਹੜੇ ਕਿ ਇੰਨੇ ਨੇ ਰਿਆਜ਼ ਕਰਦੇ ਆ, ਉਹਨਾਂ ਕੋਲੋਂ ਵਧੀਆ ਇੱਕ AI ਨੇ ਗਾ ਕੇ ਦਿੱਤਾ ਹੈ। ਔਰ ਕਿੰਨੀ ਦੇਰ ਦੇ ਵਿੱਚ? 3 ਮਿੰਟ ਦੇ ਵਿੱਚ। 3 ਮਿੰਟਸ ਵਿਚ ਨਾਰਮਲੀ ਟੇਕਸ ਘੱਟ ਤੋਂ ਘੱਟ 1 ਮਹੀਨੇ ਦਾ ਟਾਈਮ। ਪ੍ਰੋਡਕਸ਼ਨ ਹੋਏਗੀ, ਗਾਏਗਾ ਬੰਦਾ, ਫਿਰ ਉਸ ਤੋਂ ਬਾਅਦ ਉਹਦੀ ਐਡੀਟਿੰਗ ਹੋਏਗੀ। ਔਰ ਘੱਟ ਤੋਂ ਘੱਟ ਮੈਨੂੰ ਪਤਾ ਲੱਗਿਆ ਲੱਖ ਰੁਪਏ ਦੇ ਕੋਲੋਂ ਘੱਟ ਦਾ ਬਜਟ ਨਹੀਂ ਲੱਗੇਗਾ ਜੇ ਕਿਸੇ ਨੇ ਸੌਂਗ ਗਾਇਆ ਹੈ ਤੇ। ਔਰ ਇਹ 3 ਮਿੰਟ ਦੇ ਵਿੱਚ ਗਾਇਆ ਗਿਆ ਹੈ, ਇਹ ਕੰਪੋਜ਼ ਹੋ ਗਿਆ। ਔਰ 20 ਰੁਪਏ ਦੇ ਵਿੱਚ, 20 ਰੁਪੀਜ਼। ਸੋ ਇਮੈਜਿਨ ਵਾਟ ਦ ਪਾਵਰ ਆਫ AI ਵਿਲ ਬੀ, ਰਾਈਟ। ਐਂਡ ਪਾਵਰ ਆਫ AI ਤੇ ਹੈਗੀ ਹੈ, ਪਰ ਉਹ ਪਾਵਰ ਯੂਜ਼ ਕੌਣ ਕਰੇਗਾ? ਉਹ ਅਸੀਂ ਲੋਕਾਂ ਤੇ ਕਰਨੀ ਹੈ। ਅਸੀਂ ਤਾਂ ਹੁਣ, ਮੇਰੀ ਉਮਰ 50 ਇਅਰਸ ਹੋ ਗਈ ਹੈ, 51, ਬਟ ਇਹ ਤਾਂ ਸਾਰੇ ਤੁਹਾਡੇ ਵਾਸਤੇ ਹੈਗੀ ਹੈ। ਯੂ ਗਾਇਜ਼, all the children of age group from 15 onwards, the AI is for you guys। ਤੁਹਾਡੇ ਵਾਸਤੇ AI ਹੈਗੀ ਹੈ, ਰਾਈਟ। ਸੋ ਫਿਊਚਰ ਚੇਂਜ ਹੋ ਰਿਹਾ ਹੈ। ਔਰ ਤੁਹਾਨੂੰ ਇਹ ਸੁਣ ਕੇ ਹੈਰਾਨੀ ਵੀ ਹੋਏਗੀ ਕਿ मेरा 30 साल का एक्सपीरियंस हो चुका है, राइट। आई हैव बीन इनटू IT कंपनीज में। IT का बैकग्राउंड है, कंप्यूटर साइंस। तो पिछले 2 साल जो तो AI आया, ਜਿਹੜੀ ਵੀ ਇਮਰਜਿੰਗ ਟੈਕਨੋਲੋਜੀਜ਼ ਹੁੰਦੀ ਹੈ, ਮੈਂ ਉਹਦੇ ਵਿੱਚ ਹਮੇਸ਼ਾ ਐਂਟਰ ਕਰ ਜਾਂਦਾ ਕਿਉਂਕਿ ਕਿਊਰੀਓਸਿਟੀ ਰਹਿੰਦੀ ਹੈ ਮੇਰੇ 'ਚ ਕਿ ਕੀ ਨਵੀਂ ਚੀਜ਼ ਆਈ ਹੈ, ਅਸੀਂ ਦੇਖੀਏ ਕੀ ਹੈਗਾ, ਰਾਈਟ। ਸੋ ਇਹ ਕਿਊਰੀਓਸਿਟੀ ਮਾਈਂਡਸੈਟ ਜਿਹੜਾ ਹੈਗਾ ਵੈਰੀ ਇੰਪੋਰਟੈਂਟ ਫॉर एवरीवन। ਤੁਸੀਂ ਸਾਰਿਆਂ ਨੇ ਕਿਊਰੀਅਸ ਹੋਣਾ ਬਹੁਤ ਜ਼ਰੂਰੀ ਹੈਗਾ, ਰਾਈਟ। ਸਪੈਸ਼ਲੀ ਜਿਹੜੇ ਬੱਚੇ ਹੈਗੇ ਆ, ਵੱਡੇ ਵੀ ਸਾਰਿਆਂ ਨੂੰ। ਐਵਰੀਬਡੀ ਹੈਜ਼ ਟੂ ਬੀ ਵੈਰੀ ਕਿਊਰੀਅਸ ਟੂ ਨੋ, ਟੂ ਲਰਨ ਮੋਰ ਐਂਡ ਮੋਰ, ਰਾਈਟ। ਤੇ ਇਸ AI ਦੇ ਸਦਕੇ ਔਰ ਇਸ AI ਦੇ ਜਦੋਂ ਇਹ AI ਚੱਲਿਆ ਪਿੱਛੇ, ਜਦੋਂ ChatGPT ਆਇਆ 3 ਸਾਲ ਹੋਏ ਆ, ਰਾਈਟ। ਤੇ ਮੈਂ ਸਾਰਾ ChatGPT ਦੇ ਉੱਤੇ, ਕਿੰਨਿਆਂ ਨੂੰ ਪਤਾ ਹੈਗਾ ChatGPT? ਹਾਊ ਮੈਨੀ ਪੀਪਲ ਨੋ ChatGPT?
ਵਾਓ ਫੈਂਟੈਸਟਿਕ ਮੈਨ, ਯੂ ਗਾਇਜ਼ ਆਰ ਟੈਰੀਫਿਕ। ਤੁਹਾਨੂੰ ਮਤਲਬ 90% ਆਫ ਦ ਹੈਂਡਸ ਆਰ ਅਪ। ਸਰ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੈਗਾ ਆਲਮੋਸਟ। ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਵਾਸਤੇ ਵੇਕਅਪ ਕਾਲ ਹੈਗੀ ਹੈ ਕਿ ਪਤਾ ਕਰੋ ਚੈਟ ਜੀਪੀਟੀਜ਼ ਕੀ ਹੈਗੇ ਨੇ, ਔਰ ਚੈਟਸ ਕਿੰਨਾ ਕੀ ਕਰਦੇ ਆ ਕਿ ਕੀ ਕਰ ਸਕਦੇ ਆ, ਰਾਈਟ। ਸੋ ਇਸ ਸਦਕੇ ਮੈਂ ਆਪਣਾ 30 ਸਾਲ ਦਾ ਜਿਹੜੀ ਜੌਬ ਚੱਲ ਰਹੀਆਂ ਸੀ, ਰਾਈਟ। ਸੋ ਆਈ ਯੂਜ਼ ਟੂ ਅਰਨ ਅ ਵੈਰੀ ਹੈਂਡਸਮ ਸੈਲਰੀ। ਮੈਂ ਉਹ ਸੈਲਰੀ ਛੱਡ ਕੇ ਔਰ ਮੈਂ ਆਪਣੀ ਕੰਪਨੀ ਤੋਂ ਰਿਜ਼ਾਈਨ ਕਰਕੇ ਮੈਂ AI ਦੇ ਵਿੱਚ ਕੁੱਦ ਗਿਆ, ਰਾਈਟ। ਸੋ ਦੈਟਸ ਦ ਫਿਊਚਰ। ਜਦੋਂ ਮੈਂ ਆਪਣੀ ਕਰੀਅਰ ਛੱਡ ਕੇ ਆ ਸਕਦਾ ਤੇ ਤੁਹਾਡੇ ਵਾਸਤੇ ਤਾਂ ਇਹੀ ਹੈ, ਯੂ ਹੈਵ ਦ ਹੋਲ ਲਾਈਫ ਇਨ ਫਰੰਟ ਆਫ ਯੂ, ਰਾਈਟ। इसको म्यूट कर ले। सो ओके, दिस इज बेटर। आवाज़ ज़्यादा हैवी लग रही है, राइट। तो लग रहा मैच्योर बंदे है, तो लग रहा है थोड़ा बच्चा जहा है कोई, राइट। राइट। सो मैं अपना जो करियर छड़िया है तो इट वॉज अ वेरी डिफिकल्ट डिसीजन फॉर मी, राइट। सो मैं सिर्फ दसना चाहना कि अगे का जोड़ा करियर है, अगे का जो फ्यूचर है, इट्स फॉर AI एंड वॉट दैट्स वॉट वी आर गोइंग टू डिस्कस, राइट। सो असी ਇਹ ਜ਼ਰੂਰ ਰੱਖਾਂਗੇ कि ਆਪਾਂ अपनी सिख वैल्यूज़, भाई साहब है तो ਤੁਹਾਡੇ ਇਹ ਵੀ ਬੰਦ ਹੋ ਰਿਹਾ ਹੈ, दिस इज ऑल्सो गोइंग ऑफ योर हेलो, ओके। सो ਆਪਾਂ सिख परिवार तो गए, ਇਹਨੂੰ ਅਸੀਂ ਝੁਠਲਾਣਾ ਨਹੀਂ ਹੈ, ਅਸੀਂ ਝੁਠਲਾ ਸਕਦੇ ਵੀ ਨਹੀਂ। ਸਾਡੇ ਅਸੀਂ ਭਾਵੇਂ ਕਿੱਥੇ ਵੀ ਰਹੀਏ, ਰਾਈਟ, ਆਵਰ ਜੀਨਸ ਆਰ हैव द ਵੈਲਰ, हैव द करेज, हैव द सिखी। ਅਸੀਂ ਕਿੱਥੇ ਵੀ ਰਹੀਏ, ਕਿਸੇ ਵੀ ਪੇਸ ਪੂਛਾ 'ਚ ਰਹਿ ਲਈਏ, ਅਸੀਂ ਛੁਪਾ ਨਹੀਂ ਸਕਦੇ ਆਪਣੇ ਆਪ ਨੂੰ। ਸਾਡੇ ਜੈਨੇਟਿਕ ਹੈਗੇ ਆ, ਅਸੀਂ ਜੀਨਸ ਵਿੱਚ ਹੈਗੇ ਆ, ਰਾਈਟ। ਸਾਡੇ ਜੀਨਸ ਵਿੱਚ ਸਿੱਖੀ ਹੈਗੀ ਹੈ, ਰਾਈਟ। ਸੋ ਬਟ ਹੁਣ ਅੱਗੇ ਦਾ ਜਿਹੜਾ ਫਿਊਚਰ ਹੈਗਾ, ਦੈਟ ਵਾਟ ਆਈ ਸੀ ਇਜ਼ ਵੈਰੀ 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 ਪ੍ਰੋਮਿਸਿੰਗ। ਇਹੋ ਜਿਹੀ ਰੈਵੋਲੂਸ਼ਨ ਆ ਰਹੀ ਹੈ ਜਿਸ ਰੈਵੋਲੂਸ਼ਨ ਵਿੱਚ ਹਰ ਬੰਦਾ, ਸਭ ਚੀਜ਼ਾਂ ਚੇਂਜ ਹੋ ਜਾਣਗੀਆਂ, ਸਭ ਚੀਜ਼ਾਂ, ਐਵਰੀਥਿੰਗ ਇਜ਼ ਗੋਇੰਗ ਟੂ ਚੇਂਜ। ਜੋ ਚੀਜ਼ ਤੁਸੀਂ ਸੋਚ ਸਕਦੇ ਹੋ ਸਾਰੀ ਚੀਜ਼ਾਂ ਚੇਂਜ ਹੋਣੀਆਂ ਨੇ, ਤੁਹਾਨੂੰ ਪਤਾ ਵੀ ਲੱਗੇਗਾ। ਹੌਲੀ 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 ਤੁਸੀਂ ਕੈਚਅਪ ਕਰਦੇ ਰਹੋਗੇ, ਔਰ ਉਹ ਅੱਗੇ ਬੰਦੇ ਕਿਹੜੇ ਪਹੁੰਚਣਗੇ ਜਿਨ੍ਹਾਂ ਨੇ ਉਸ ਚੀਜ਼ ਨੂੰ ਪਹਿਲੇ ਹੀ ਗ੍ਰੈਬ ਕਰ ਲਿਆ। ਤਾਂ ਹੀ ਮੈਂ ਦਿੱਲੀ ਤੋਂ 250 ਕਿਲੋਮੀਟਰ ਦੂਰ ਇੱਥੇ ਆਇਆ, ਰਾਈਟ, ਕਿਉਂਕਿ ਵੀ ਵਾਂਟ ਯੂ ਆਲ ਸ਼ੁੱਡ ਗ੍ਰੈਬ ਦਿਸ ਐਜ਼ ਓਪਰਚੁਨਿਟੀ। ਐਟ 1 ਘੰਟੇ ਦੀ ਓਪਰਚੁਨਿਟੀ ਦੇ ਵਿੱਚ we all should have one thing when you get away from here, when you go back, you should have one thing in your mind कि AI है भाई, कुछ AI कुछ तो है, ठीक है। और AI में अगर गुरप्रीत सर ने अपनी लगी लगाई जॉब छोड़ दी है तो कुछ तो होगा ही, तो एक बार देखते तो हैं, राइट। तो ਆਪਾਂ इस चीज़ को जरूर ओके। सो आई थिंक ऑल ऑफ अस अंडरस्टैंड पंजाबी, राइट, आई एज्यूम दैट, राइट। सो जिन्हों क्योंकि ਆਪਾਂ ਜਾਂ ਤਾਂ ਇੰਗਲਿਸ਼ ਬੋਲਾਂਗੇ ਜਾਂ ਪੰਜਾਬੀ ਬੋਲਾਂਗੇ, ਮੈਂ ਕੋਸ਼ਿਸ਼ ਕਰਾਂਗਾ ਹਿੰਦੀ ਵੀ ਬੋਲਾਂਗਾ, ਰਾਈਟ। ਬਟ ਥੀਸ ਆਰ 2 ਲੈਂਗੁਏਜਸ ਦੈਟ ਆਈ ਐਮ ਵੈਰੀ ਕਨਵਰਸੈਂਟ ਇਨ, ਤਾਂ ਆਪਾਂ ਇਹਨੂੰ ਯੂਜ਼ ਕਰਾਂਗੇ, ਰਾਈਟ। ਸੋ ਦ ਫਿਊਚਰ ਸਟਾਰਟਸ ਨਾਓ, ਨਾਓ। ਯੂ ਆਰ ਸਟੈਂਡਿੰਗ ਹੇਅਰ, ਯੂ ਆਰ ਸਿਟਿੰਗ ਹੇਅਰ, ਰਾਈਟ। ਸੋ ਐਟ 5 o'clock here today, your career starts now today, right? Why? Because you are hearing something which is very very ਫਿਊਚਰਿਸਟਿਕ, ਉਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ, ਔਰ ਉਹ ਤੁਸੀਂ ਭਾਵੇਂ ਚਾਹੋ ਨਾ ਚਾਹੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਏਗੀ, ਕਾਫੀ ਹੱਦ ਤੱਕ ਆ ਗਈ ਹੈ, ਰਾਈਟ। ਸੋ AI ਹੈਜ਼ ਬੀਨ ਦੇਅਰ ਫॉर ਲੌਂਗ ਟਾਈਮ, ਰਾਈਟ। ਤੁਸੀਂ ਫੇਸਬੁੱਕ ਦੇਖਦੇ ਹੋ, ਤੁਸੀਂ ਇੰਸਟਾਗ੍ਰਾਮ ਦੇਖਦੇ ਹੋ, ਤੁਹਾਡੇ ਜਿਹੜੇ ਰੀਲਸ ਹੈਗੇ ਨੇ ਉਹ ਤੁਹਾਡੇ ਵਿਊਅਰਸ਼ਿਪ ਦੇ ਹਿਸਾਬ ਨਾਲ ਉਹੀਓ ਚੀਜ਼ ਕੰਟੈਂਟ ਤੁਹਾਡੇ ਸਾਹਮਣੇ ਆਉਂਦਾ ਹੈ। ਦਿਸ ਇਜ਼ ਅ AI ਪਾਰਟ, ਐਲਗੋਰਿਦਮਸ ਪਿੱਛੇ ਰਨ ਕਰਦੇ ਆ, ਰਾਈਟ, ਉਹ ਸਭ ਆਉਂਦੇ ਆ। ਬਟ ਹੁਣ AI ਨੇ ਇੱਕ ਰੈਵੋਲੂਸ਼ਨ ਜਿਹੜਾ ਲੈ ਕੇ ਆਉਣਾ ਹੈ, ਉਹ ਇਹ ਲੈ ਕੇ ਆਉਣਾ ਹੈ ਕਿ ਬਈ ਹੁਣ ਸਿਰਫ ਉਹ ਤੁਹਾਡੇ WhatsApp ਤੱਕ ਜਾਂ ਤੁਹਾਡੇ ਇੰਸਟਾਗ੍ਰਾਮ ਦੀ ਰੀਲਸ ਜਾਂ YouTube ਤੱਕ ਜਾਂ ਗੂਗਲ ਤੱਕ ਸੀਮਿਤ ਨਹੀਂ ਰਹਿਣਾ ਉਹਨੇ, ਰਾਈਟ। ਉਹਨੇ ਹਰ ਚੀਜ਼ ਵਿੱਚ ਆ ਜਾਣਾ ਹੈ, ਭਾਵੇਂ ਤੁਸੀਂ ਐਗਰੀਕਲਚਰ ਦੇ ਬਾਰੇ ਗੱਲ ਕਰੋ, ਭਾਵੇਂ ਤੁਸੀਂ ਮੈਡੀਸਿਨ ਦੇ ਬਾਰੇ ਗੱਲ ਕਰੋ, ਭਾਵੇਂ ਤੁਸੀਂ ਪੜ੍ਹਾਈ ਦੇ ਬਾਰੇ ਗੱਲ ਕਰੋ, ਤੁਸੀਂ ਜਿਸ ਤਰ੍ਹਾਂ ਪੜ੍ਹਦੇ ਹੋ, that will also change. Slowly you will know ਕਿ ਤੁਹਾਡੇ ਸਕੂਲ ਚੇਂਜ ਹੋ ਰਹੇ ਨੇ, ਤੁਹਾਡੇ ਸਕੂਲਸ ਨੂੰ ਤੁਹਾਨੂੰ ਹੋਮਵਰਕ ਅਲੱਗ ਤਰੀਕੇ ਨਾਲ ਦੇਣ ਲੱਗ ਗਏ ਨੇ, ਹੋਮਵਰਕ ਦਾ ਕਨਸੈਪਟ ਚੇਂਜ ਹੋ ਰਿਹਾ ਹੌਲੀ ਹੌਲੀ ਕਰਕੇ,
right? So everything is getting changed and everything is getting better. So when I am saying कि everything is getting better, ਅਜੇ ਤੱਕ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਆਈ ਹੈਗਾ ਕਿ ਯਾਰ AI ਆ ਗਿਆ, ਸਾਡੀ ਜੌਬਸ ਚਲੀ ਜਾਣਗੀਆਂ, AI ਨੇ ਸਭ ਕੁਝ ਲੈ ਲੈਣਾ, ਜੋ ਅਸੀਂ ਕਰ ਰਹੇ ਹਾਂ ਉਹ ਸਭ ਚੀਜ਼ਾਂ ਚੇਂਜ ਹੋ ਜਾਣਗੀਆਂ, ਰਾਈਟ? ਇਹ ਡਰ ਆਇਆ ਸੀ, ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਡਰ ਆਉਂਦਾ ਹੈ। ਦਿਸ ਇਜ਼ ਵੈਰੀ ਨੈਚੁਰਲ, ਕਿਉਂਕਿ ਅਸੀਂ ਸਾਰੇ ਹਿਊਮਨਸ ਹੈਗੇ ਹਾਂ, ਅਸੀਂ ਸਾਰੇ ਆਪਣੀ ਸਟੇਟਸ ਕਿਉ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਚੱਲ ਰਹੇ ਹਾਂ ਨਾ ਉਸ ਤਰ੍ਹਾਂ ਹੀ ਚੱਲਣ ਦੇਣਾ ਚਾਹੁੰਦੇ ਹਾਂ। ਇਹ ਇਨਸਾਨੀ ਫਿਦਰਤ ਹੈ, ਰਾਈਟ? ਇਨਸਾਨ ਦੀ ਜਿਹੜੀ ਫਿਦਰਤ ਹੈ ਉਹ ਚੇਂਜ ਨਹੀਂ ਚਾਹੁੰਦਾ, ਰਾਈਟ? ਔਰ ਜਦੋਂ ਵੀ ਕੋਈ ਚੇਂਜ ਆਉਂਦਾ ਤਾਂ ਉਹਨੂੰ ਰੈਜ਼ਿਸਟ ਕਰਦਾ ਹੈ। ਇਸ ਲਈ ਇਹ ਰੈਜ਼ਿਸਟੈਂਸ ਆ ਰਹੀ ਹੈ ਔਰ ਆਏਗੀ। ਬਟ ਜਿਹੜੇ ਬੱਚੇ ਅੱਜ ਦੀ ਡੇਟ ਤੇ ਇਹਨੂੰ ਐਮਬ੍ਰੇਸ ਕਰ ਲੈਣਗੇ, ਇਸ ਚੇਂਜ ਨੂੰ ਪਹਿਲੇ ਅਡਾਪਟ ਕਰ ਲੈਣਗੇ, ਉਹ ਬਾਕੀਆਂ ਨਾਲੋਂ ਪਹਿਲੇ ਅੱਗੇ ਹੋਣਗੇ। ਆਈ ਅਸਿਊਮ ਕਿ ਜਿੰਨੇ ਬੱਚੇ ਇੱਥੇ ਬੈਠੇ ਹੋਏ ਹਨ, ਹਾਊਸ ਆਲਮੋਸਟ ਫੁੱਲ ਹੈਗਾ, ਜਿੰਨੇ ਬੱਚੇ ਬੈਠੇ ਹੋਏ ਆ ਉਹ ਡੈਫੀਨੇਟਲੀ ਆਪਣੇ ਪੀਅਰਸ ਨਾਲੋਂ, ਆਪਣੇ ਫਰੈਂਡਸ ਨਾਲੋਂ ਅੱਗੇ ਹੋਣਗੇ ਹੀ ਹੋਣਗੇ, ਕਿਉਂਕਿ ਉਹਨਾਂ ਨੇ ਇਹ ਸੈਸ਼ਨ ਅਟੈਂਡ ਕਰ ਲਿਆ ਹੈ, ਕਿਉਂਕਿ ਉਹਨਾਂ ਨੇ ਉਹ ਚੀਜ਼ ਸੁਣ ਲਈ ਹੈ ਜੋ ਬਾਕੀਆਂ ਨੇ ਨਹੀਂ ਸੁਣੀ ਅੱਜ, ਰਾਈਟ? ਸੋ that's what I am so optimistic about it. So let's start. Why education matter even more? Acha, okay, so it's not come here. Okay. All right. So why education matters more than ever? ਆਪਾਂ ਇੱਥੇ ਕਿੰਨੇ ਕੁ ਬੱਚੇ ਹੈਗੇ ਆ ਜਿਹੜੇ ਬਿਜ਼ਨਸ ਕਲਾਸ ਫੈਮਲੀਜ਼ ਤੋਂ ਹੈਗੇ ਨੇ? ਹੱਥ ਖੜਾ ਕਰੋ। ਬਿਜ਼ਨਸ ਕਲਾਸ ਫੈਮਲੀਜ਼, okay, so we have around 50% students who are from the business class families. Okay, ਤੇ ਜ਼ਿਆਦਾਤਰ ਇਹ ਹੁੰਦਾ ਕਿ ਜਿਹੜੇ ਬਿਜ਼ਨਸ ਕਲਾਸ ਫੈਮਲੀ ਦੇ ਬੱਚੇ ਇਹੀ ਸੋਚਦੇ ਆ, ਮਾਪਿਓ ਵੀ ਇਹੀ ਸੋਚਦੇ ਆ ਕਿ ਮੇਰਾ ਜਿਹੜਾ ਬੇਟਾ ਹੈਗਾ ਉਹ ਮੇਰੇ ਕੰਮ ਦੇ ਵਿੱਚ ਹੀ ਅੱਗੇ ਵਧੇਗਾ, ਰਾਈਟ? ਤੇ ਹੁਣ ਇਹ ਦੱਸੋ ਕਿ ਜਿਹੜੇ ਬਿਜ਼ਨਸ ਕਲਾਸ ਫੈਮਲੀ ਦੇ ਬੱਚੇ ਹੈਗੇ ਆ, ਉਹਨਾਂ ਵਿੱਚੋਂ ਕਿੰਨੇ ਬੱਚਿਆਂ ਨੇ ਸੇਮ ਕੰਮ ਕਰਨਾ ਚਾਹੁੰਦੇ ਆ ਜਿਹੜੇ ਉਹਨਾਂ ਦੇ ਫਾਦਰ ਕਰਨਾ ਚਾਹੁੰਦੇ, ਜਿਹੜੇ ਕਰਦੇ ਆ? ਨਾਟ ਈਵਨ ਵਨ। ਵਾਓ, ਓਕੇ, ਸੇਮ ਕੰਮ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਫਾਦਰ ਕਰਨਾ ਕਰਦੇ ਆ, ਵਿਚ ਇਜ਼ ਫਾਈਨ, ਰਾਈਟ? ਆਈ ਐਮ ਨਾਟ ਸੇਇੰਗ ਕਿ ਜੋ ਕੰਮ ਨਹੀਂ ਕਰਨਾ ਚਾਹੀਦਾ, ਠੀਕ ਹੈ, ਪਰ ਉਸ ਤੋਂ ਇਲਾਵਾ ਤੁਹਾਡੀ ਖੁਆਇਸ਼ਾਂ ਹੈਗੀਆਂ ਨੇ ਔਰ ਖੁਆਇਸ਼ਾਂ ਹੋਣੀਆਂ ਜ਼ਰੂਰੀ ਨੇ, ਕਿਉਂਕਿ ਪ੍ਰੋਗਰੈਸ ਹੀ ਤਾਂ ਹੀ ਕਰੋਗੇ ਜੇ ਤੁਹਾਡੀ ਖੁਆਇਸ਼ਾਂ ਹੋਣਗੀਆਂ, ਰਾਈਟ? ਔਰ ਖੁਆਇਸ਼ ਕਿਸ ਤਰ੍ਹਾਂ, ਓਕੇ, ਲੈਟ ਮੀ ਟੇਕ ਅ ਮਿਨਟ ਹੇਅਰ। ਆਪਾਂ ਖੁਆਇਸ਼ਾਂ ਕਰਦੇ ਹਾਂ ਤੇ ਆਪਾਂ ਉਹਦੇ 'ਚ ਬਿਲੀਵ ਫਿਰ ਥੋੜ੍ਹਾ ਘੱਟ ਕਰਦੇ ਹਾਂ। ਆਪਾਂ ਸਾਨੂੰ ਲੱਗਦਾ ਕਿ ਯਾਰ ਪਤਾ ਨਹੀਂ ਪੂਰੀ ਹੋਏਗੀ ਨਹੀਂ ਹੋਏਗੀ, ਪਤਾ ਨਹੀਂ ਅਸੀਂ ਕੁਝ ਜ਼ਿਆਦਾ ਤਾਂ ਨਹੀਂ ਸੋਚ ਰਹੇ, ਰਾਈਟ? ਜਾਂ ਫਿਰ ਅਸੀਂ ਕਦੀ ਖੁਆਇਸ਼ ਕਰਦੇ ਹਾਂ ਤੇ ਮੰਮੀ ਨੂੰ ਦੱਸਿਆ ਤੇ ਮੰਮੀ ਨੇ ਝੜਕ ਦੇਣਾ, ਤੂੰ ਚੁੱਪ ਕਰਕੇ ਪੜ੍ਹ ਲੈ ਪਹਿਲੇ ਨਾ, ਰਾਈਟ? ਸੋ ਮਦਰਸ, who are mothers here, just raise your hands, mothers, right? So ਐ ਝੜਕ ਪੈਂਦੀ ਹੈ ਨਾ ਕਿ ਤੂੰ ਪਹਿਲੇ ਪੜ੍ਹ ਲੈ ਉਸ ਤੋਂ ਬਾਅਦ ਗੱਲ ਕਰੀ, right? Okay, so there's lot of things which we require to do for parenting also. How we should do parenting, ਸਪੈਸ਼ਲੀ ਸਿੱਖਾਂ ਦੇ ਘਰਾਂ ਦੇ ਵਿੱਚ। ਆਪਾਂ ਸਿੱਖਾਂ ਦੀ ਗੱਲ ਕਰ ਰਹੇ ਹਾਂ। ਵਾਈ ਆਮ ਸੇਇੰਗ, ਬਿਕੋਜ਼ ਅਸੀਂ ਉਸ ਕੌਮ ਦੇ ਹੈਗੇ ਜਿਹੜੀ ਕਿ ਲੋਕਾਂ ਨੂੰ ਲੀਡ ਕਰਨਾ ਸਿਖਾਉਂਦੀ ਹੈ। ਅਸੀਂ ਰੋਲ ਮਾਡਲਸ ਹੈਗੇ ਹਾਂ। ਸਾਡਾ ਜਿਹੜਾ ਰਾਜ ਸੀ ਸਿਰਫ 180 ਈਅਰਸ ਬੈਕ ਹੈਗਾ ਸੀ। 180 ਈਅਰਸ ਕਿੰਨੇ ਹੁੰਦੇ ਆ? 2 ਪੀੜ੍ਹੀਆਂ, ਓਨਲੀ 2 ਪੀੜ੍ਹੀਆਂ ਤੁਹਾਡੇ ਮਤਲਬ ਪੜਦਾਦੇ ਜਿਹੜੇ ਹੋ ਗਏ, ਸਾਡੇ ਰਾਜ ਹੈਗਾ ਸੀ ਤਦ ਤੱਕ, ਰਾਈਟ? ਸੋ which means we are always the examples, we set the examples, ਅਸੀਂ ਐਗਜ਼ਾਮਪਲ ਸੈੱਟ ਕਰਦੇ ਹਾਂ ਤੇ ਸਾਡੇ ਖੁਆਇਸ਼ ਵੱਡੇ ਹੀ ਹੋਣੇ ਚਾਹੀਦੇ ਆ। ਸਾਡੇ ਮਾਪਿਆਂ ਨੂੰ ਇੱਕ ਗੁਜ਼ਾਰਿਸ਼ ਹੈਗੀ ਹੈ ਕਿ ਬੱਚਿਆਂ ਦੇ ਜਿਹੜੇ ਖੁਆਇਸ਼ ਹੁੰਦੀਆਂ ਨੇ ਨਾ ਉਹਨਾਂ ਨੂੰ ਝਿੜਕਣਾ ਨਹੀਂ ਚਾਹੀਦਾ। ਉਹਨਾਂ ਨੂੰ ਜੇ ਸਾਡੇ ਕੋਲ ਆਨਸਰਸ ਨਹੀਂ ਹੈਗੇ, ਸਾਨੂੰ ਇਹ ਕਹਿਣਾ ਚਾਹੀਦਾ ਕਿ ਚਲੋ ਤੁਹਾਡੇ ਆਨਸਰਸ ਲੱਭਾਂਗੇ, ਕਿਸੇ ਕੋਲ ਪਤਾ ਕਰਾਂਗੇ, ਪਰ ਝੜਪਣਾ ਨਹੀਂ ਹੈ ਬੱਚਿਆਂ ਨੂੰ, ਕਿਉਂਕਿ ਇਹਦੇ ਨਾਲ ਬੱਚਿਆਂ ਦੀ ਕਿਉਰਿਓਸਿਟੀ ਬੰਦ ਹੋ ਜਾਂਦੀ ਹੈ। ਬੱਚਿਆਂ ਦੇ ਬਹੁਤ ਨੈਗੇਟਿਵ ਇਫੈਕਟਸ ਹੁੰਦੇ ਆ। ਉਸ ਅਸੀਂ ਜਦੋਂ ਮੈਂ ਕਰੀਅਰ ਕਾਉਂਸਲਿੰਗ ਕਰਦਾ ਬੱਚਿਆਂ ਦੇ ਨਾਲ, ਬੱਚਿਆਂ ਦੇ ਪੇਰੈਂਟਸ ਦੇ ਨਾਲ ਬੜੀ ਸਾਰੀ ਗੱਲਾਂ ਕਰਦੇ ਹਾਂ ਅਸੀਂ, ਰਾਈਟ? ਮੈਂ ਆਪਣੇ ਬੱਚਿਆਂ ਨੂੰ ਅੱਜ ਤੱਕ ਨਹੀਂ ਝੜਪਿਆ। ਮੈਂ ਆਪਣੇ ਬੱਚਿਆਂ ਨੂੰ, ਓਕੇ, ਸਭ ਇੱਕ ਗੱਲ ਉਹ ਕਰਕੇ ਲੈਟਸ ਮੂਵ ਔਨ, ਕਿ ਮੈਂ ਆਪਣੇ ਬੱਚਿਆਂ ਨੂੰ ਜਦੋਂ ਪਾਲਿਆ, ਜਦੋਂ ਖੈਰ ਗੁਰੂ ਪਾਲਦਾ, ਅਸੀਂ ਪਾਲਦੇ ਕੁਛ ਨਹੀਂ, ਰਾਈਟ? ਮੈਂ ਸਿਰਫ ਬੱਚੇ ਨੂੰ, ਇੱਕ ਮੇਰਾ ਵੱਡਾ ਬੇਟਾ ਜਦੋਂ ਛੋਟਾ ਸੀ, ਅਰਾਊਂਡ 4 ਸਾਲ ਦਾ ਸੀ, ਤੇ ਉਹਨੂੰ ਕ੍ਰਿਕਟ ਬੈਟ ਲੈਤਾ, ਬਾਲ ਲੈਤੀ ਤੇ ਉਹ ਮਾਰਦਾ ਸੀ, ਮੈਂ ਬਾਲ ਸੁੱਧਾ ਤੇ ਮਾਰਦਾ ਸੀ।
ਤੇ ਜਦੋਂ ਮਾਰਦਾ ਸੀ ਤੇ ਉਹ ਬਾਲ ਜਿਹੜਾ ਜੀ ਉੱਪਰ ਜੀ ਜਾਂਦੀ ਸੀ ਤੇ ਮੈਂ ਉਹਨੂੰ ਇੰਨਾ ਐਗਜ਼ੈਜਰੇਟ ਕਰਕੇ ਕਹਿੰਦਾ ਸੀ, ਮੈਂ ਕਹਿੰਦਾ ਜੀ ਵਾਓ ਦਕਸ਼ਵੀਰ, ਮੇਰੇ ਬੱਚੇ ਦਾ ਨਾਮ ਦਕਸ਼ਵੀਰ ਹੈਗਾ, ਦਕਸ਼ਵੀਰ ਤੂੰ ਤਾਂ ਕਮਾਲ ਕਰਤਾ ਯਾਰ, ਇੰਨਾ ਵੱਡਾ ਸ਼ਾਟ, ਓ ਮਾਈ ਗॉड ਹੈ ਤੇ ਮੇਰੇ ਕੋਲ ਪਕੜਿਆ ਨਹੀਂ ਜਾਏਗਾ। ਉਹ 3 ਸਾਲ 4 ਸਾਲ ਦਾ ਬੱਚਾ ਬੜਾ ਮੋਟੀਵੇਟ ਹੋਵੇ, ਉਹ ਫਿਰ ਮੈਂ ਉਹਨੂੰ ਕਰਾਂ ਫਿਰ ਉਹ ਮੋਟੀਵੇਟ ਹੋਵੇ। ਮੈਂ ਬੱਚਿਆਂ ਨੂੰ ਸਿਰਫ ਮੋਟੀਵੇਸ਼ਨ ਨਾਲ ਪਾਲਿਆ, ਮੇਰੇ ਕੋਲ ਟਾਈਮ ਨਹੀਂ ਸੀ ਕਿ ਮੈਂ ਬੱਚਿਆਂ ਦੇ ਸਟੱਡੀਜ਼ ਉੱਤੇ ਪਾਸ ਕੀਤਾ, ਮੇਰੀ ਵਾਈਫ ਨੇ ਕਾਫੀ ਉਹਦੇ 'ਚ ਹੈਲਪ ਕੀਤੀ। ਪਰ ਵਾਟ ਆਈ ਐਮ ਟਰਾਈਂਗ ਟੂ ਸੇ ਇਜ਼ ਦੈਟ ਬੱਚਿਆਂ ਨੂੰ ਮੋਟੀਵੇਸ਼ਨ, ਬਿਕੋਜ਼ ਇਨਸਾਨ ਜਿਹੜਾ ਡਿਵੈਲਪ ਹੋਇਆ, ਜਿਹੜਾ ਬੱਚਾ ਛੋਟਾ ਹੈਗਾ ਨਾ, ਉਹਨੂੰ ਉਹਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ, ਬਹੁਤ ਪੋਟੈਂਸ਼ੀਅਲ ਹੈ। ਸੋ ਫॉर ਮਦਰਸ ਐਂਡ ਪੇਰੈਂਟਸ ਐਂਡ ਫਾਦਰਸ we should always motivate. If we can't, then we should not at least snub, ਉਹਨਾਂ ਨੂੰ ਚੁੱਪ ਨਹੀਂ ਕਰਾਉਣਾ ਚਾਹੀਦਾ। ਸੋ ਦੈਟਸ ਵਨ ਥਿੰਗ ਵਿਚ ਪੇਰੈਂਟਸ ਸ਼ੁੱਡ ਟੇਕ ਅਵੇ। ਜੇ ਕਿਸੇ ਨੂੰ ਇਹਦੇ 'ਚ ਗੱਲ ਕਰਨੀ ਹੈ ਮੇਰੇ ਨਾਲ ਬਾਅਦ ਵਿੱਚ ਗੱਲ ਕਰ ਸਕਦੇ ਹਾਂ ਆਪਾਂ। ਲੈਟਸ ਮੂਵ ਔਨ ਐਂਡ ਵਾਈ ਐਜੂਕੇਸ਼ਨ ਮੈਟਰਸ ਮੋਰ ਈਵਨ। ਸੋ ਵੀ ਹੈਵ 50% ਆਫ ਦ ਪੋਪੂਲੇਸ਼ਨ ਹੇਅਰ, ਦ ਸਟੂਡੈਂਟਸ ਹੇਅਰ ਵਿਚ ਆਰ ਫਰੋਮ ਦ ਬਿਜ਼ਨਸ ਕਲਾਸ ਫੈਮਲੀਜ਼। ਸੋ ਹੁਣ ਬਿਜ਼ਨਸ ਕਲਾਸ ਫੈਮਲੀਜ਼ ਤੋਂ ਹੈਗੀਆਂ ਤੇ ਇੱਕ ਚੀਜ਼ ਤੇ ਆਲਰੇਡੀ ਪਤਾ ਹੈ ਸਾਨੂੰ ਕਿ ਬਈ ਸਾਡੇ ਘਰਾਂ ਦੇ ਵਿੱਚ ਬਿਜ਼ਨਸ ਦੀ ਬਾਰੇ ਗੱਲਾਂ ਹੁੰਦੀਆਂ, ਰਾਈਟ। ਤੇ ਹੁਣ ਪੜ੍ਹਾਈ ਕਿਉਂ ਇੰਪੋਰਟੈਂਟ ਹੈਗੀ? ਕਿਉਂਕਿ ਪੜ੍ਹਾਈ ਤੁਹਾਨੂੰ ਸਭ ਤੋਂ ਚੀਜ਼ ਵੱਡੀ ਹੈਗੀ, ਤੁਹਾਨੂੰ ਕੌਨਫੀਡੈਂਸ ਦਿੰਦੀ ਹੈ। ਇਟ ਗਿਵਸ ਕੌਨਫੀਡੈਂਸ ਟੂ ਯੂ ਵੈਨ ਯੂ ਨੋ ਸਮਥਿੰਗ, ਇਟ ਗਿਵਸ ਕੌਨਫੀਡੈਂਸ। ਸਭ ਤੋਂ ਵੱਡੀ ਚੀਜ਼ ਹੈ। ਤੁਸੀਂ ਆਪ ਦੇਖ ਲੈਣਾ, ਜਦੋਂ ਕੋਈ ਬੱਚਾ ਜਾਂ ਕੋਈ ਵੱਡਾ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ ਔਰ ਜਿਹੜਾ ਪੜ੍ਹਿਆ ਲਿਖਿਆ ਹੈ, ਦੋਵਾਂ ਦੇ ਵਿੱਚ ਬੋਡੀ ਲੈਂਗੁਏਜ 'ਚ ਫਰਕ ਹੋਏਗਾ, ਦੋਵਾਂ ਦੇ ਵਿੱਚ ਗੱਲਬਾਤ ਕਰਨ ਦੇ ਤਰੀਕੇ ਦਾ ਫਰਕ ਹੋਏਗਾ। ਉਹ ਕਿਉਂ ਹੋਏਗਾ? ਕਿਉਂਕਿ ਇੱਕ ਦੇ ਵਿੱਚ ਕੌਨਫੀਡੈਂਸ ਹੈਗਾ, ਕਿਉਂਕਿ ਉਹਨੂੰ ਪਤਾ ਹੈਗਾ ਕਿ ਚੀਜ਼ ਦਾ ਅਵੇਅਰਨੈਸ ਹੈਗੀ ਹੈ, ਉਹਦੇ 'ਚ ਨੌਲੇਜ ਹੈਗੀ ਹੈ। ਸੋ ਸਭ ਤੋਂ ਵੱਡੀ ਚੀਜ਼। ਔਰ ਜੇ ਤੁਸੀਂ ਆਪਣੀ ਪੜ੍ਹਾਈ ਘੱਟ ਕੀਤੀ ਜਾਂ ਨਹੀਂ ਕੀਤੀ, ਸੋਚਿਆ ਕਿ ਯਾਰ ਪੈਸਾ ਹੀ ਤਾਂ ਕਮਾਉਣਾ ਹੈ, ਪੜ੍ਹਾਈ ਦੀ ਕੀ ਲੋੜ ਹੈਗੀ ਹੈ, ਰਾਈਟ। ਸੋ ਯੂ ਮੇ ਅਰਨ ਮਨੀ ਬਟ ਯੂ ਵਿਲ ਆਲਵੇਜ਼ ਹੈਵ ਲੈਸ ਆਫ ਕੌਨਫੀਡੈਂਸ ਕਿ ਯਾਰ ਮੇਰੇ 'ਚ ਕੁਝ ਘੱਟ ਹੈਗਾ, ਮੇਰੇ 'ਚ ਕੁਝ ਘੱਟ ਹੈ, ਕੁਝ ਕਮੀ ਹੈਗੀ ਹੈ, ਰਾਈਟ। ਉਹ ਤੁਸੀਂ ਹਮੇਸ਼ਾ ਫੀਲ ਕਰੋਗੇ, ਉਹ ਤੁਸੀਂ ਹੁਣੇ ਨਹੀਂ ਫੀਲ ਕਰੋਗੇ ਕਿ ਹੁਣੇ ਤੁਸੀਂ ਬੜੇ ਯੰਗ ਹੈਗੇ ਹੋ, ਰਾਈਟ। ਜਦ ਤੱਕ ਮੈਂ MBA ਨਹੀਂ ਕੀਤੀ ਸੀ ਨਾ, ਮੈਨੂੰ ਲੱਗਦਾ ਸੀ ਯਾਰ ਇਹ MBA ਵਾਲੇ ਜਿਹੜੇ ਬੰਦੇ ਹੈਗੇ ਨੇ ਨਾ, ਇਹਨਾਂ ਵਿੱਚ ਕੁਝ ਤਾਂ ਖਾਸ ਹੈਗਾ ਜਿਹੜਾ ਮੇਰੇ 'ਚ ਨਹੀਂ ਹੈਗਾ, ਰਾਈਟ। ਸੋ ਫਿਰ ਮੈਂ MBA ਕੀਤੀ, ਰਾਈਟ। ਸੋ ਜਿਹੜਾ ਬੰਦਾ ਪੜ੍ਹਾਈ ਕਰਦਾ ਹੈ, ਉਸ ਤੋਂ ਬਾਅਦ ਜਿਹੜੀ ਮੇਰੀ ਨੌਲੇਜ ਮਿਲੀ MBA ਦੇ ਨਾਲ, ਰਾਈਟ, ਉਹਨੇ ਮੈਨੂੰ ਇੰਨਾ ਜ਼ਿਆਦਾ ਕੌਨਫੀਡੈਂਸ ਦਿੱਤਾ। ਇਸ ਲਈ ਕੌਨਫੀਡੈਂਸ is one of the key which will remain with you forever, right? So one thing is confidence, the other thing is knowledge, better opportunities definitely, right? So that's why education is so important, especially ਸਾਡੇ ਸਿੱਖਾਂ ਦੇ ਪਰਿਵਾਰ ਦੇ ਵਿੱਚ। Why education? ਜੇ ਤੁਸੀਂ ਬਿਜ਼ਨਸ ਕਰਨਾ, you can have a bigger business, a very very big business, and that only you can do once you have studies, once you ਪੜ੍ਹਾਈ ਤੁਹਾਨੂੰ ਇੰਨੇ ਸਾਰੇ ਡੋਰਸ ਖੋਲਦੀ ਹੈ, ਇੰਨੇ ਸਾਰੇ ਡੋਰਸ ਖੋਲਦੀ ਹੈ, ਤੁਹਾਨੂੰ ਪਤਾ ਵੀ ਨਹੀਂ ਹੋਏਗਾ ਕਿ ਤੁਹਾਨੂੰ ਅਜੇ ਆਈ ਨਹੀਂ ਪਤਾ ਕਿ ਤੁਹਾਨੂੰ ਕੀ ਨਹੀਂ ਪਤਾ, ਰਾਈਟ। ਸੋ ਦੈਟਸ ਵਾਈ ਸਟੱਡੀ ਇਜ਼ ਇੰਪੋਰਟੈਂਟ ਐਂਡ ਅਡੈਪਟ ਐਂਡ ਥਰਾਈਵ, ਰਾਈਟ। ਸੋ ਇਹ ਤੁਹਾਨੂੰ ਅਡੈਪਟੇਬਿਲਿਟੀ ਵੀ ਸਿਖਾਉਂਦੀ ਹੈ। ਨਹੀਂ ਤੇ ਕੀ ਹੁੰਦਾ ਕਿ ਬਈ ਮੈਨੂੰ ਜਿੰਨਾ ਪਤਾ ਹੈਗਾ ਬਈ ਮੇਰੇ ਨਾਲ ਬਹਿਸ ਨਾ ਕਰ, ਮੇਰਾ ਤੇਰੇ ਕੋਲ ਜ਼ਿਆਦਾ ਪਤਾ ਹੈਗਾ, ਮੇਰੀ ਉਮਰ ਤੇਰੇ ਕੋਲ ਵੱਡੀ ਹੈ, ਇਹੋ ਜਿਹਾ ਐਟੀਟਿਊਡ ਆ ਜਾਂਦਾ ਫਿਰ, ਰਾਈਟ। ਸੋ ਜਿਨ੍ਹਾਂ ਦੇ ਵਿੱਚ ਪੜ੍ਹਾਈ ਜ਼ਿਆਦਾ ਹੁੰਦੀ, ਉਹਦੇ ਵਿੱਚ ਹੰਬਲਨੈਸ ਵੀ ਆਉਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਹੈ ਮੇਰੇ ਕੋਲੋਂ ਵੀ ਬੜੇ ਵੱਡੇ ਨੇ ਪੜ੍ਹੇ ਹੋਏ, ਰਾਈਟ। ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ। moral and social values, your edge in an automated world. Sorry, have we lost in slides? 1, 2. Okay, so we are here. AI revolution, challenge and opportunities. So AI revolution is there. I have told you everything is going to change. So there is a lot of opportunities. But let's have a reality check. Reality check ਕੀ ਕਹਿ ਰਿਹਾ ਸਾਨੂੰ? 82% of Indian Gen Z. ਅੱਛਾ, ਤੁਹਾਨੂੰ ਪਤਾ Gen Z ਕੀ ਹੁੰਦਾ ਹੈ? These are some jargons ਜਿਹੜਾ ਕਿ ਹਰ ਜਗ੍ਹਾ ਅੱਜਕੱਲ ਯੂਜ਼ ਹੁੰਦੇ ਆ। Gen Z ਕਿਹਨੂੰ ਕਹਿੰਦੇ ਆ ਪਤਾ ਹੈ? ਓਕੇ, Gen X, ਅਸੀਂ Gen X ਹੈਗੇ ਆ। Gen Z ਹੈਗੇ ਕਿ ਤੁਹਾਡੇ ਜਿਹੜੇ ਬੱਚੇ ਜਿਹੜੇ ਤੁਸੀਂ ਹੈਗੇ ਹੋ ਉਹ Gen Z ਦੇ ਵਿੱਚ ਫਾਲ ਕਰਦੇ ਹੋ। ਫਿਰ ਮਿਲੇਨੀਅਲਸ, ਕੁਝ ਏਜ ਗਰੁੱਪਸ ਦੇ ਬੱਚਿਆਂ ਨੂੰ Gen Z ਕਹਿੰਦੇ ਆ, ਤੁਹਾਡੇ ਬਾਅਦ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲੇਨੀਅਲਸ ਕਹਿਣਗੇ, ਰਾਈਟ। ਸੋ 82% of the Gen Z are excited about AI, yet 44% worry that AI threatens their job security। ਇਹ ਸਟੱਡੀ ਹੋਈ ਹੈ,
right? So a lot of people are so excited about the AI, right? Because why they are excited? Because they have started adopting it. ਡਰਦਾ ਕੌਣ ਹੈ? ਜਿਹਨੂੰ ਪਤਾ ਹੀ ਨਹੀਂ ਹੁੰਦਾ ਨਾ, ਜਿਹਦਾ ਦੂਰ ਖੜੇ ਹੋ ਕੇ ਡਰ ਲੱਗਦਾ, ਪਤਾ ਲੱਗਦਾ ਜਦੋਂ ਇੱਕ ਦੋ ਹੱਥ ਪੈਰ ਕਰ ਲਿੱਤੇ ਕਿ ਦੂਜੇ ਬੰਦੇ ਦੇ ਨਾਲ, ਤਾਂ ਪਤਾ ਲੱਗਦਾ ਯਾਰ ਇਹਦੀ ਤਾਂ ਕੁਝ ਦਾ ਦਮ ਨਹੀਂ ਹੈਗਾ, ਫਿਰ ਕੌਨਫੀਡੈਂਸ ਆ ਜਾਂਦਾ ਹੈ, ਰਾਈਟ? ਤੇ ਇਸ ਲਈ so a lot of people are very excited about it. And so what's your competitive edge? Competitive edge, so this is a little heavy word, competitive edge. ਜਿਹੜੇ ਬਿਜ਼ਨਸ ਕਲਾਸ ਫੈਮਿਲੀਜ਼ ਹੈਗੇ ਉਹਨਾਂ ਨੂੰ ਪਤਾ ਹੋਏਗਾ ਕੰਪੀਟੀਸ਼ਨ ਕੀ ਹੁੰਦਾ ਹੈ, ਰਾਈਟ? ਸੋ ਤੁਹਾਡਾ ਕੰਪੀਟੀਟਿਵ ਐਜ ਕੀ ਹੈਗਾ? ਕੋਈ ਮੈਨੂੰ ਦੱਸ ਸਕਦਾ ਕਿ ਸਾਡਾ ਕੰਪੀਟੀਟਿਵ ਐਜ ਕੀ ਹੈਗਾ? ਚਲੋ ਹਾਂਜੀ ਬੋਲੋ 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 ਬੇਟੇ। Oh wow, let's give a big round of applause. We don't fear. ਅਸੀਂ ਸਿੱਖ ਹੋ ਕੇ ਅਸੀਂ ਡਰਦੇ ਨਹੀਂ ਆ। That's the right thing. So we all belong to Sikh families. We have this competitive advantage, which a lot of other communities don't have, right? ਤੇ ਔਰ AI revolution ਦੇ ਵਿੱਚ ਅੱਛਾ ਅਸੀਂ ਡਰਦੇ ਨਹੀਂ ਆ, ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਡਿਫਰੈਂਟ ਤਰੀਕੇ ਦੇ ਨਾਲ ਇਹਨੂੰ ਅਡਾਪਟ ਕਰਨ ਦੇ ਲਈ ਪ੍ਰੈਕਟਿਸ ਕਰਨੀ ਚਾਹੀਦੀ ਹੈ। ਅਸੀਂ ਇਹਨੂੰ ਅਡਾਪਟ ਕਰਨਾ ਸ਼ੁਰੂ ਕਰੀਏ। ਜਿਨ੍ਹਾਂ ਨੂੰ ਅੱਜ ਤੋਂ ਬਾਅਦ ਇੱਥੋਂ ਬਾਹਰ ਜਾਣਗੇ, ਜਿਨ੍ਹਾਂ ਨੂੰ ਜਿਹੜੀ ਚੀਜ਼ AI ਦੀ ਨਹੀਂ ਪਤਾ, ਉਹਨੂੰ ਹੋਰ ਪਤਾ ਕਰਨ ਦੀ ਲੋੜ ਹੈ। ਉਹਨੂੰ ਅਡਾਪਟ ਕਰੋ, ਉਹਨੂੰ ਹੋਰ ਅੱਗੇ ਲੈ ਕੇ ਜਾਓ, ਰਾਈਟ? ਫੀਅਰਲੈਸਲੀ, ਕਿਉਂਕਿ ਤੁਹਾਡੇ ਕੋਲ ਸਭ ਤੋਂ ਵੱਡੀ ਐਡਵਾਂਟੇਜ ਹੈ, ਤੁਹਾਡੇ ਕੋਲ ਟਾਈਮ ਹੈਗਾ, ਯੂ ਆਰ ਆਲ ਯੰਗ। ਅੱਛਾ, ਹੁਣੇ ਉਦੋਕੇ ਜੀ ਨਾਲ ਗੱਲ ਹੋ ਰਹੀ ਸੀ ਉਹਨਾਂ ਦੇ ਵੱਡੇ ਬੇਟੇ ਦੇ ਬਾਰੇ, ਤੇ ਨਹੀਂ ਛੋਟਾ ਬੇਟਾ ਹੈ ਆਈ ਥਿੰਕ, ਤੇ ਉਹਨਾਂ ਨੇ ਉਹ ਬੇਟਾ ਜਿਹੜਾ ਹੈਗਾ ਉਹ 19 ਸਾਲਾਂ ਦੇ ਵਿੱਚ ਉਹਨੇ ਆਪਣਾ ਸਟਾਰਟਅਪ ਬਣਾ ਲਿਆ ਹੈ, ਐਂਡ ਹੀ ਸਟੇਜ਼ ਇਨ ਪੰਜਾਬ, ਰਾਈਟ? ਗੁਰੂਆਂ ਦੀ ਧਰਤੀ ਹੈ, ਔਰ ਅਸੀਂ ਪੰਜਾਬ ਨੂੰ ਕੀ ਸਮਝਦੇ ਹਾਂ, ਮਤਲਬ ਥੋੜਾ ਦਿੱਲੀ ਵਾਲੇ ਦਿੱਲੀ ਨੂੰ ਉੱਪਰ ਸਮਝਦੇ ਆ, ਬੰਬੇ ਵਾਲੇ ਬੰਬੇ ਵਾਲੇ ਨੂੰ ਸਮਝਦੇ ਆ, ਪਰ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ, ਉਹ ਮੇਰੇ ਕੋਲ ਕਈ ਐਗਜ਼ਾਮਪਲਸ ਹੈਗੇ ਆ ਜਿਹੜੇ ਪੰਜਾਬ ਦੇ ਬੱਚੇ ਕਿੰਨੇ ਅੱਗੇ ਵਧ ਰਹੇ ਆ, ਰਾਈਟ? ਸੋ ਦ ਪੁਆਇੰਟ ਇਜ਼ ਕਿ 19 ਇਅਰਸ ਦੇ ਮੇਰੇ ਕੋਲ ਵੀ ਬੜੇ ਸਾਰੇ ਐਗਜ਼ਾਮਪਲਸ ਹੈਗੇ ਜਿਨ੍ਹਾਂ ਨੇ 19 ਇਅਰਸ ਦੇ ਵਿੱਚ ਬੁੱਕਸ ਲਿਖ ਦਿੱਤੀਆਂ ਨੇ, ਆਥਰਸ ਹੈਗੀਆਂ ਨੇ, ਰਾਈਟ? ਸੋ ਯੂ ਆਲ ਆਰ ਕਲਾਸ ਅਪਾਰਟ ਫਰੋਮ ਅਦਰ ਪੀਪਲ। ਤੁਹਾਡੇ ਜਿਹੜੇ ਫਰੈਂਡਸ ਹੈਗੇ ਨੇ ਨਾ, ਤੁਸੀਂ ਉਹਨਾਂ ਵਰਗੇ ਨਹੀਂ ਹੈਗੇ। ਤੁਸੀਂ ਭਾਵੇਂ ਪੜ੍ਹਾਈ 'ਚ ਕਿਸਾਂ ਵੀ ਹੋਵੋ, ਪਰ ਤੁਸੀਂ ਉਹਨਾਂ ਕੋਲੋਂ ਬਹੁਤ ਅੱਗੇ ਹੈਗੇ ਹੋ। ਪਹਿਲੇ ਬਿਲੀਵ ਇਨ ਦਿਸ। ਤੁਸੀਂ ਉਹਨਾਂ ਕੋਲੋਂ ਜੋ ਤੁਹਾਡੇ ਵਿੱਚ ਹੈਗੀ ਆ ਉਹ ਉਹਨਾਂ 'ਚ ਨਹੀਂ ਹੈਗੀ, ਰਾਈਟ? ਤੇ ਇਸ ਚੀਜ਼ ਨੂੰ ਤੁਸੀਂ ਆਪਣੇ ਇਸ ਕੁਆਲਿਟੀ ਨੂੰ, ਇਸ ਕੰਪੀਟੀਟਿਵ ਐਜ ਨੂੰ ਅੱਗੇ ਲੈ ਕੇ ਅਸੀਂ ਅੱਗੇ ਬਹੁਤ ਵੱਧ ਸਕਦੇ ਹਾਂ। ਅਸੀਂ ਫੀਅਰਲੈਸ ਨੂੰ ਅਡਾਪਟ ਕਰੀਏ, ਅਸੀਂ ਬਹੁਤ ਅੱਗੇ ਨਿਕਲ ਜਾਵਾਂਗੇ। ਹਰ ਬੱਚਾ ਕਰੇ। ਔਰ ਅੱਛਾ, ਜਿਹਦੇ ਵਿੱਚ ਜਿਹਨੂੰ ਸਪੋਰਟ ਦੀ ਲੋੜ ਹੈਗੀ ਹੈ, ਮੈਂ ਉਹਨੇ ਆਪਣਾ ਨੰਬਰ ਦੇ ਦਾਂਗਾ, ਤੇ ਜਿਹੜੇ ਬੱਚੇ ਨੂੰ ਸਪੋਰਟ ਦੀ ਲੋੜ ਹੋਏਗੀ ਨਾ ਕਿ ਵੀ ਮੈਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਹੈ, ਮੇਰੇ ਕੋਈ ਵੀ ਡਾਊਟਸ ਹੈਗੇ ਨੇ, ਰਾਈਟ? ਮੈਂ ਕਰੀਅਰ ਕਾਉਂਸਲਿੰਗ ਕਰਦਾ, ਤੇ ਫਿਰ ਮੈਂ ਦੱਸਾਂਗਾ ਉਹਨਾਂ ਨੂੰ ਕਿ ਬੱਚੇ ਕੀ ਕਰ ਸਕਦੇ ਹੋ, ਠੀਕ ਹੈ? ਸੋ ਐਵਰੀਬਡੀ ਸ਼ੁੱਡ ਹੈਵ ਮਾਈ ਨੰਬਰ। ਓਕੇ, ਮੋਰਲ ਸੋਸ਼ਲ ਵੈਲਿਊਜ਼ योर एज इन एन ऑटोमेटेड वर्ल्ड। अगे हौली हौली करके ना AI ने की करना है, सब चीज़ ऑटोमेट करनी है, ऑटोमेशन, एवरीथिंग विल बी ऑटोमेट। हुण तक भी पंजाब के जोड़े पिंड है, जो खेत है, वो ड्रोन्स आ गए हैं, ड्रोन्स अपने आके छिड़काव करते हैं, ठीक है? ड्रोन्स को पता लग जाता है। अच्छा, ड्रोन्स उपर चलते हैं इस तरह, उन्होंने थल्ले पिक्चर लै रहे होंगे, पिक्चर के ही पता लग जाता है कि किहड़ी क्रॉप के कीड़ा लग रहा है, किहड़ी क्रॉप नूं कदों पानी देना है, ठीक है? उत्थे पता लग जाता है, राइट? सो एवरीथिंग इज गेटिंग ऑटोमेटेड। ਇਹਦਾ मतलब कई बंदे ਇਹ भी लै सकते कि बई ਅਸੀਂ ਸਾਰੇ फिर बैठे रहांगे कि जे सब कुछ ऑटोमेशन नाल मशीन्स ही कर लैणगियां, AI कर लेगा तो ਅਸੀਂ बैठे रहांगे? नहीं, ਅਸੀਂ भी चेंज होवांगे। ਜਿਹੜਾ ਬੰਦਾ चेंज नहीं होएगा, oh he will die from mental level, he will die slowly from mental, and then from economical, and then from physical perspective, right? So सानू अडॉप्ट करना जरूरी है। और असी देखो नेचर सानू ये सिखाती है कि भाई चेंज इज इनएविटेबल। चेंज हर जगह हो रहा है, छोटा जिहा पौधा है बड़ा हो रहा है, राइट? तो सानू चेंज होना कि सानू की दिक्कत है? आपां हर बंदा एक अपने इंट्रोस्पैक्शन करे कि किहड़ी चीज़ है जिहड़ी मैनूं चेंज होने तो रोकदी है, right? Write down all those things and we can discuss, right?
you can call me, you can WhatsApp me, we can discuss, right? ਕਿਉਂਕਿ ਇੱਕ ਇੱਕ ਬੱਚੇ ਉੱਤੇ ਕੰਮ ਕਰਨਾ ਸਾਡਾ ਮਿਸ਼ਨ ਹੈਗਾ, ਆਪਣੇ ਬੱਚਿਆਂ ਦੇ ਇੱਕ ਇੱਕ ਬੱਚੇ ਉੱਤੇ ਕੰਮ ਕਰਨਾ ਸਾਡਾ ਮਿਸ਼ਨ ਹੈ, right? And we have, I'm not going to do myself everything. I'll have my AI systems who will do everything for you guys. So I have developed that. That's my brilliant. That's my brilliant, right? Brilliance in education. That's brilliant, right? Okay, so let's move. Education beyond books. Education is not only in books. ਆਪਾਂ ਇਹ ਦਿਮਾਗ ਵਿੱਚੋਂ ਮਿੱਥ ਕੱਢ ਦਈਏ ਕਿ ਐਜੂਕੇਸ਼ਨ ਸਿਰਫ ਮਤਲਬ ਹੈ ਪੜ੍ਹਾਈ ਕਰਨਾ, ਮਤਲਬ ਬੁੱਕਸ ਪੜ੍ਹਨਾ। ਬੁੱਕਸ ਤੋਂ ਇਲਾਵਾ ਵੀ ਐਜੂਕੇਸ਼ਨ ਬੜੇ ਸਾਰੇ ਤਰੀਕਾ ਤੋਂ ਮਿਲਦੀ ਹੈ ਸਾਨੂੰ, ਰਾਈਟ? ਔਰ ਸਭ ਕੁਝ ਆਟੋਮੇਟ ਹੋ ਜਾਏਗਾ ਤੇ ਆਪਾਂ ਪੜ੍ਹ ਕੇ ਕੀ ਕਰਾਂਗੇ? ਕਿਹੜੀ ਚੀਜ਼ ਆਟੋਮੇਟ ਨਹੀਂ ਹੋ ਸਕਦੀ ਉਹਦੇ ਬਾਰੇ ਗੱਲ ਕਰਦੇ ਹਾਂ। ਕ੍ਰਿਟੀਕਲ ਥਿੰਕਿੰਗ and communications, right? So critical thinking ਸਾਡਾ ਚੇਂਜ ਨਹੀਂ ਹੋਗਾ, ਸਾਨੂੰ critical thinking ਸਾਨੂੰ ਅੱਛਾ, do you know what is critical thinking? ਕੀ ਹੁੰਦਾ critical thinking? ਕੋਈ ਦੱਸ ਸਕਦਾ ਮੈਨੂੰ? ਹੱਥ ਖੜਾ ਕਰ ਦੇ। ਮੈਂ ਦੇਖਣਾ ਚਾਹੁੰਦਾ ਕਿ ਵੀ ਸਾਡੇ ਜਿਹੜੇ ਵਾਰਿਸ ਹੈਗੇ ਆ ਕੌਮ ਦੇ, ਉਹਨਾਂ ਚੋਂ ਕੌਣ ਬੰਦਾ ਹੱਥ ਖੜੇ ਕਰਦਾ ਤੇ ਦੱਸਦਾ ਹੈ, ਡਰਦਾ ਨਹੀਂ ਹੈ ਜਿਹੜਾ। critical thinking ਕੀ ਹੁੰਦੀ ਹੈ? ਵਾਓ, let's tell me. Outside the box. What AI can do is we give input, it can give the output. But thinking outside the box, they are thinking something that is not yet developed. That is critical thinking in my opinion. Yes, let's have the second guy, the second time for him. Let's give an applause again. So, yes, so critical is something, ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਨਾ ਬੜੇ ਸੌਖੇ ਤਰੀਕੇ ਨਾਲ ਗੱਲ ਕਰਦੇ ਆ, ਕਿਸੇ ਵੀ ਚੀਜ਼ ਨੂੰ ਸੋਚਦੇ ਹੋ ਕਿ ਯਾਰ ਇਸ ਤਰ੍ਹਾਂ ਹੀ ਕਿਉਂ ਹੈਗਾ, ਇਹ ਜਵਾਬ ਇਸ ਤਰ੍ਹਾਂ ਹੀ ਕਿਉਂ ਹੈਗਾ, ਇਹਦਾ ਕੋਈ ਹੋਰ ਜਵਾਬ ਹੋ ਸਕਦਾ ਹੈ, ਜਾਂ ਐਸਾ ਹੀ ਕਿਉਂ ਗੱਲ ਕਰ ਰਿਹਾ ਹੈ, ਇਹਦਾ ਕੋਈ ਹੋਰ ਰੀਜ਼ਨ ਹੋ ਸਕਦਾ ਹੈ, ਜਾਂ ਐਸਾ ਹੀ ਮੈਂ ਕਿਉਂ ਸੋਚ ਰਿਹਾ, ਰਾਈਟ? ਸੋ ਯੂ ਜਸਟ ਥਿੰਕ ਕ੍ਰਿਟੀਕਲੀ ਔਨ ਦੈਟ ਪਾਰਟ। ਸੋ ਰਾਈਟ, ਸੋ ਉਹ ਚੀਜ਼ ਡਿਵੈਲਪ ਕਰਨੀ ਬਹੁਤ ਜ਼ਰੂਰੀ ਹੈਗੀ ਹੈ, ਰਾਈਟ? ਸਾਡੇ ਬੱਚਿਆਂ ਦੇ ਵਿੱਚ, ਸਾਡੇ ਇਨਸਾਨ ਦੇ ਵਿੱਚ ਉਹ ਕ੍ਰਿਟੀਕਲ ਥਿੰਕਿੰਗ ਹੋਣੀ ਬਹੁਤ ਜ਼ਰੂਰੀ ਹੈ ਕਿ ਹਰ ਚੀਜ਼ ਨੂੰ ਬਾਈ ਦਾ ਵੈਲਿਊ, ਹੁਣ ਫੇਸ ਵੈਲਿਊ ਤੋਂ ਤਾਂ ਨਹੀਂ ਲੈਣਾ ਕਿ ਕਿਸੇ ਨੇ ਕੋਈ ਚੀਜ਼ ਕਹਿ ਦਿੱਤੀ, ਫੇਸ ਵੈਲਿਊ ਤਾਂ ਨਹੀਂ ਲੈਣੀ, ਠੀਕ ਹੈ? ਸਾਨੂੰ ਇਤਬਾਰ ਕਰਨਾ, ਟਰਸਟ ਕਰਨਾ ਜ਼ਰੂਰੀ ਹੈ, ਬਟ ਉਹਦੇ ਨਾਲ ਨਾਲ ਸਾਨੂੰ ਕ੍ਰਿਟੀਕਲ ਥਿੰਕਿੰਗ ਵੀ ਰਹਿਣੀ ਚਾਹੀਦੀ ਕਿ ਭਈ ਇਹਨੇ ਇਹ ਚੀਜ਼ ਕਹੀ ਹੈ, ਇਹਦੇ ਨਾਲ ਹੋ ਸਕਦਾ ਇਹਨੇ ਦੋ ਚਾਰ ਚੀਜ਼ਾਂ ਨਹੀਂ ਕਹੀਆਂ, ਉਹ ਤਾਂ ਮੈਂ ਸੋਚ ਲਵਾਂ, ਹੋ ਸਕਦਾ ਇਹ ਚੀਜ਼ ਮੇਰੇ ਵਾਸਤੇ ਪੂਰੀ ਇਸ ਤਰੀਕੇ ਨਾਲ ਅਡੋਪਟ ਕਰਨੀ ਠੀਕ ਨਹੀਂ ਹੈਗੀ। ਦਿਸ ਇਜ਼ ਆਲ ਕ੍ਰਿਟੀਕਲ ਥਿੰਕਿੰਗ, ਰਾਈਟ? ਸੋ ਯੂ ਹੈਵ ਟੂ ਥਿੰਕ ਕ੍ਰਿਟੀਕਲੀ। ਜੇ ਤੁਸੀਂ ਹਰ ਚੀਜ਼ ਕਿਸੇ ਦੇ ਕਹਿਣ ਦੇ ਅਨੁਸਾਰ ਲੈ ਲਈ, ਮੰਮੀ ਦੇ ਕਹਿਣ ਦੇ ਅਨੁਸਾਰ ਲੈ ਲਈ, ਪਾਪਾ ਨੇ ਕਿਹਾ ਕਿ ਹਾਂ ਵੀ ਐਸਾ ਕਰਨਾ ਤਾਂ ਐਸਾ ਹੀ ਕਰ ਲਿਆ, ਦੈਨ ਇਟ ਮੀਨਸ ਯੂ ਆਰ ਨਾਟ ਯੂਜ਼ਿੰਗ ਯੋਰ ਬ੍ਰੇਨ। ਤੁਹਾਡੀ ਕ੍ਰਿਟੀਕਲ ਥਿੰਕਿੰਗ ਹੌਲੀ ਹੌਲੀ ਕਰਕੇ ਘਟਦੀ ਚਲੀ ਹੈਗੀ, ਔਰ ਜਿਹੜੀ ਚੀਜ਼ ਯੂਜ਼ ਨਹੀਂ ਕਰਦੇ ਉਹ ਚੀਜ਼ ਬੋਡੀ ਦੇ ਵਿੱਚ ਹੌਲੀ ਹੌਲੀ ਕਰਕੇ ਉਹ ਵੀਕ ਹੁੰਦੀ ਚਲੀ ਜਾਂਦੀ ਹੈ। ਦੈਟਸ ਆਲਸੋ ਟੈਂਡੈਂਸੀ ਆਫ ਬੋਡੀ, ਜਿਹੜੀ ਰੱਬ ਨੇ ਬੋਡੀ ਦਿੱਤੀ ਹੈ ਸਾਨੂੰ, ਰਾਈਟ? ਸੋ ਕ੍ਰਿਟੀਕਲ ਥਿੰਕਿੰਗ, ਕਮਿਊਨੀਕੇਸ਼ਨਸ, ਰੀਅਲ ਵਰਲਡ ਐਕਸਪੀਰੀਅੰਸ, ਜਿੰਨੀ ਜਲਦੀ ਤੋਂ ਜਲਦੀ ਫੇਲ ਹੋਵੋ ਉਨਾ ਅੱਛਾ ਹੈ। फेल होना अच्छा है। We should all embrace failures. ਅਸੀਂ ਸਾਰੇ ਫੇਲੀਅਰਸ ਕੋਲੋਂ ਘਬਰਾਉਂਦੇ ਆ। ਅਸੀਂ ਕਹਿੰਦੇ ਆ, ਤੁਸੀਂ ਸੋਚੋਗੇ ਯਾਰ ਕਿਹੋ ਜਿਹੀ ਪਾਠ ਪੜ੍ਹਾ ਰਹੇ ਆ ਕਿ ਫੇਲੀਅਰ ਹੋਣਾ ਅੱਛਾ ਹੈ, ਰਾਈਟ? ਫੇਲੀਅਰ ਇਨ ਦ ਸੈਂਸ ਕਿ ਪੜ੍ਹਾਈ 'ਚ ਨੰਬਰ ਘੱਟ ਆਉਣਾ, ਦੈਟਸ ਨੋਟ, ਉਸ ਫੇਲੀਅਰ ਦੇ ਬਾਰੇ ਗੱਲ ਨਹੀਂ ਕਰ ਰਿਹਾ। ਫੇਲੀਅਰ ਦੇ ਬਾਰੇ ਇਹ ਗੱਲ ਕਰ ਰਹੇ ਹਾਂ ਕਿ ਬਈ ਮੈਂ ਕੋਈ ਚੀਜ਼ ਸੋਚੀ, ਕੋਈ ਇੱਕ ਦਿਮਾਗ ਵਿੱਚ ਆਈਡੀਆ ਆਇਆ, ਉਹ ਮੈਂ ਇੰਪਲੀਮੈਂਟ ਕੀਤਾ ਔਰ ਉਹ ਫੇਲ ਹੋ ਗਿਆ, ਰਾਈਟ? ਉਹ that failure is very good failure because that has given you experience ਕਿ ਮੈਂ ਇਹ ਚੀਜ਼ ਇਸ ਤਰੀਕੇ ਨਾਲ ਨਹੀਂ ਹੋ ਸਕਦੀ, ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ, ਇਹ ਚੀਜ਼ ਤੁਹਾਨੂੰ ਉਹ ਦੱਸਦੀ ਹੈ ਫਿਰ failures, right? So failures are always, and for the mothers and for the fathers, even if any idea that doesn't go well, again don't snub, again don't criticize, same ठीक है, कोई गल नहीं, next आगे चलने हैं, कुछ और करांगे, right? So you give and always stay behind your child. अपने ideas नहीं देने असी,
ਅਸੀਂ ਵੱਡੇ ਆ, ਅਸੀਂ ਸੋਚਦੇ ਹਾਂ ਆਪਣੇ ਆਈਡੀਆਜ਼ ਦੇਵਾਂਗੇ, ਬੱਚੇ ਸਾਡੇ ਆਈਡੀਆਜ਼ ਨਾਲ ਚੱਲਣ। ਬੱਚੇ ਬੱਚੇ ਦਾ ਡਿਵੈਲਪ ਹੀ ਨਹੀਂ ਹੋ ਪਾਏਗਾ ਮਾਈਂਡਸੈਟ, ਉਹਦੇ ਥਾਟਸ ਹੀ ਨਹੀਂ ਡਿਵੈਲਪ ਹੋ ਪਾਣਗੇ। ਲੈਟ them develop their own thoughts and you encourage them, ਉਹਨਾਂ ਨੂੰ encourage ਕਰੋ। ਹਾਂ ਠੀਕ ਹੈ, ਜੇ ਕੁਝ ਪਤਾ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਰਿਸਕ ਹੈਗਾ, ਦੱਸ ਦਿਓ ਬੱਚੇ ਨੂੰ, ਬੱਚੇ ਇਹ ਮੈਨੂੰ ਰਿਸਕ ਲੱਗਦਾ ਹੈ। ਇਹ ਨਹੀਂ ਕਿ ਨਹੀਂ ਕਰਨਾ, ਇਹ ਕਹਿ ਦਿਓ ਕਿ ਬਈ ਮੈਨੂੰ ਰਿਸਕ ਲੱਗਦਾ ਹੈ, ਅੱਗੇ ਤੁਹਾਡੀ ਮਰਜ਼ੀ ਹੈ। ਤੁਹਾਨੂੰ ਲੱਗਦਾ ਕਿ ਬੱਚਾ ਕਰੇਗਾ, ਉਹ ਤੁਸੀਂ ਅੰਡਰ ਐਸਟੀਮੇਟ ਕਰਦੇ ਹੋ ਬੱਚਿਆਂ ਨੂੰ। ਬੱਚਾ ਉਹ ਕਦੀ ਨਹੀਂ ਕਰੇਗਾ। ਬੱਚਾ ਤੁਹਾਡੇ ਜੀਨ ਤੋਂ ਬਣਿਆ ਹੋਇਆ ਹੈ, ਉਹ ਤੁਹਾਨੂੰ ਜਾਣਦਾ ਹੈ ਪੂਰਾ। ਤੁਹਾਨੂੰ ਲੱਗਦਾ ਹੈ ਬੱਚਾ ਸਾਨੂੰ ਜਾਣਦਾ ਨਹੀਂ ਹੈ। ਬੱਚੇ ਨੂੰ ਅਸੀਂ ਬੜੇ ਅੰਡਰ ਐਸਟੀਮੇਟ ਕਰਦੇ ਹਾਂ ਮਾਂ ਪਿਓ। ਬੱਚਾ ਸਾਨੂੰ ਜਾਣਦਾ ਹੈ, ਰਾਈਟ। ਤੁਸੀਂ ਇੱਕ ਵਾਰੀ ਕਹਿ ਦਿਓ, ਉਹਨੂੰ ਛੱਡ ਦਿਓ। ਜੇ ਕਰਦਾ ਤਾਂ ਵੀ ਆਪਣੇ ਵਾਸਤੇ ਰੱਖ ਕੇ ਰੱਖੋ ਕਿ ਹਾਂ ਜੇ ਬੱਚੇ ਨੇ ਕੀਤਾ ਤਾਂ ਇੰਨਾ ਅਸੀਂ ਨੁਕਸਾਨ ਝੇਲ ਲਾਂਗੇ। ਪਰ ਬੱਚੇ ਨੇ ਇੱਕ ਵਾਰੀ ਕੀਤਾ, ਉਸ ਤੋਂ ਬਾਅਦ ਬੱਚਾ ਫੇਲ ਹੋਇਆ, ਬੱਚੇ ਨੂੰ ਕਿੰਨੀ ਲਰਨਿੰਗ ਮਿਲੀ ਹੈ? ਬੱਚੇ ਨੂੰ ਬਹੁਤ ਇਮੈਂਸ ਲਰਨਿੰਗ ਮਿਲੀ ਹੈ। ਔਰ ਉਹ ਲਰਨਿੰਗ ਤੁਸੀਂ ਨਹੀਂ ਦੇਣੀ ਕਿ ਦੇਖਾ ਮੈਂ ਕਿਹਾ ਸੀ ਨਾ, ਦੈਟਸ ਨਾਟ ਦ ਵੇ। ਉਹ ਆਪਣੇ ਆਪ ਸਮਝ ਚੁੱਕਾ ਹੈ। ਉਹਨੂੰ ਬਿਨਾਂ ਬੋਲੇ ਤੁਸੀਂ ਕੁਝ ਵੀ ਨਹੀਂ ਕਹੋਗੇ ਨਾ, ਉਹ ਬੱਚਾ ਸਮਝ ਚੁੱਕਾ ਹੈ ਕਿ ਹਾਂ ਬਈ ਮੈਂ ਚੀਜ਼ ਨਹੀਂ ਕੀਤੀ ਸੀ, ਮਾਂ ਪਿਓ ਦੀ ਗੱਲ ਨਹੀਂ ਮੰਨੀ ਸੀ ਤੇ ਮੈਂ ਫੇਲ ਹੋ ਗਿਆ ਜਾਂ ਮੇਰਾ ਆਈਡੀਆ ਫੇਲ ਹੋ ਗਿਆ। ਬਟ ਦੈਟ ਹੈਜ਼ ਗਿਵਨ them a confidence ਕਿ ਮੈਂ ਇਹ ਚੀਜ਼ ਕੀਤੀ ਹੈ, ਖੁਦ ਕੀਤੀ ਸੀ। ਨਹੀਂ ਤੇ ਬੱਚਾ ਉਂਗਲੀ ਫੜ ਕੇ ਚੱਲਦਾ ਰਹੇਗਾ ਤੁਹਾਡੇ। ਤੁਸੀਂ ਬੋਲੇ ਬੱਚਾ ਦੌੜੇਗਾ ਹੀ ਨਹੀਂ। ਉਹ ਕਹੇਗਾ ਨਹੀਂ ਮੈਨੂੰ ਤਾਂ ਆਦਤ ਪੈ ਚੁੱਕੀ ਹੈ ਨਾ ਉਂਗਲੀ ਪਕੜ ਕੇ ਚੱਲਣ ਦੀ, ਰਾਈਟ। ਸੋ these are good parenting tips. Then continuous learning mindset for ਬੱਚੇ। continuous learning mindset, curiosity ਕਿ ਇਹ ਚੀਜ਼ ਕਿਸ ਤਰ੍ਹਾਂ ਹੋਈ ਹੈ, ਕਿਸ ਤਰ੍ਹਾਂ ਚੱਲੀ ਹੈ, ਇਹ ਕੀ ਕਰ ਰਹੇ ਨੇ, ਕਿਸ ਤਰ੍ਹਾਂ ਕਰਦੇ ਨੇ, ਰਾਈਟ। ਇਹ ਲਰਨਿੰਗ ਵਾਲੀ ਜਿਹੜੀ ਐਬਿਲਿਟੀ ਹੈਗੀ ਕਿ ਮੈਨੂੰ ਕੁਝ ਕਰਨਾ ਹੈ। I want to do something, I will do something, ਮੈਂ ਕੁਝ ਵੱਡਾ ਕਰਾਂਗਾ, ਸਾਰਿਆਂ ਦੀ ਡ੍ਰੀਮ ਵੱਡੀਆਂ ਹੋਣੀਆਂ ਚਾਹੀਦੀਆਂ ਨੇ। ਮੈਂ ਕੁਝ ਵੱਡਾ ਕਰਾਂਗਾ। ਹੁਣ ਲੇਟਰ ਔਨ ਆਈ ਵਿਲ ਟੈਲ ਯੂ ਕਿ ਵੱਡੀਆਂ ਡ੍ਰੀਮਸ ਰੱਖੋ, ਪਰ ਉਹ ਪੂਰੀਆਂ ਕਿਸ ਤਰ੍ਹਾਂ ਹੋਣਗੀਆਂ। ਮੈਂ ਕੁਝ ਉਹਦੇ ਵਿੱਚ ਵੀ ਰਿਫਲੈਕਸ਼ਨਸ ਪਾਵਾਂਗਾ, ਤੁਹਾਨੂੰ ਦੱਸਾਂਗਾ ਕਿ ਕਿਸ ਤਰੀਕੇ ਨਾਲ ਉਹ ਪੂਰੀਆਂ ਹੋਣਗੀਆਂ, ਰਾਈਟ। ਪਰ ਫਿਲਹਾਲ ਆਪਣਾ ਗਰੋਥ ਮਾਈਂਡਸੈਟ ਹੋਣਾ ਚਾਹੀਦਾ ਹੈ ਕਿ ਮੈਂ ਗਰੋ ਕਰਨਾ ਹੈ, ਰਾਈਟ। ਮੈਂ ਕੁਝ ਵੱਡਾ ਹੀ ਬਣਨਾ ਹੈ, ਵੱਡਾ ਹੀ ਕਰਨਾ ਹੈ। ਬਟ ਇਹਦੇ ਨਾਲ ਪੜ੍ਹਾਈ ਵੀ ਕਰਨੀ ਜ਼ਰੂਰੀ ਹੈ, ਰਾਈਟ। ਸੋ ਪੜ੍ਹਾਈ ਕਰੋ ਤਾਂ ਫਿਰ ਇਸ ਤਰ੍ਹਾਂ ਦੀ ਪੜ੍ਹਾਈ ਕਰੋ ਕਿ ਜੇ ਕਿਸੇ ਨੇ ਨਹੀਂ ਕੀਤੀ, ਰਾਈਟ। ਭਾਵੇਂ ਸਾਨੂੰ ਲੱਗਦਾ ਕਿ ਸਾਡੇ ਬੇਸ ਵੀਕ ਹੈ, ਦੇਖੋ ਹੁਣ ਇਮੀਡੀਏਟਲੀ ਤਾਂ ਸਟਾਰਟ ਹੋਏਗਾ ਨਹੀਂ ਨਾ, ਰਾਈਟ। ਹੁਣ ਤੁਸੀਂ ਸਾਰੇ ਇਸ ਟਾਈਮ ਤੇ ਇੱਕ ਲੈਵਲ ਤੇ ਪਹੁੰਚੇ ਹੋਏ ਹੋ ਅਕੈਡਮਿਕਲੀ, ਰਾਈਟ। ਸੋ ਯੂ ਕੈਨੋਟ ਚੇਂਜ ਓਵਰ ਦ ਨਾਈਟ ਕਿ ਮੈਂ ਇੱਕਦਮ ਹੀ ਹੁਸ਼ਿਆਰ ਬਣ ਜਾਵਾਂ। ਕਿਸ ਤਰ੍ਹਾਂ ਬਣੋਗੇ? ਨਹੀਂ ਬਣ ਸਕਦੇ, ਦੈਟਸ ਇਮਪ੍ਰੈਕਟੀਕਲ, ਦੈਟ ਵਿਲ ਨਾਟ ਹੈਪਨ, ਰਾਈਟ। ਬਟ ਵਿਦ ਦ ਐਡਵੈਂਟ ਆਫ AI ਤੁਸੀਂ AI ਕੋਲੋਂ ਕਿੰਨੀਆਂ ਚੀਜ਼ਾਂ ਪੁੱਛ ਸਕਦੇ ਹੋ, ਕਿੰਨੀਆਂ ਆਪਣੇ ਡਾਊਟਸ, ਇਹੋ ਜਿਹੇ ਡਾਊਟਸ ਪੁੱਛ ਸਕਦੇ ਹੋ ਜਿਹੜੇ ਕਿ ਡਾਊਟਸ ਕਿਸੇ ਮੈਡਮ ਦੇ ਨੂੰ ਵੀ ਨਹੀਂ ਪਤਾ ਹੋਣਗੇ, ਉਹ ਮੈਡਮ ਵੀ ਸੋਲਵ ਨਹੀਂ ਕਰ ਪਾਏਗੀ। ਉਹ ਡਾਊਟਸ ਤੁਸੀਂ AI ਕੋਲੋਂ ਪੁੱਛ ਸਕਦੇ ਹੋ। ਤੁਹਾਨੂੰ ਪਤਾ ਹੈ AI ਦੇ ਕੋਲੋਂ ਡਾਊਟਸ ਪੁੱਛ ਸਕਦੇ ਹੋ, ਰਾਈਟ। ਸੋ ਇਸ ਲਈ ਇਸ ਏਰਾ ਦੇ ਵਿੱਚ ਤੇ ਪਿੱਛੇ ਰਹਿਣਾ ਬਹੁਤ ਹੀ ਉਹਨੂੰ ਕਹਾਂਗੇ ਕਿ ਬਹੁਤ ਹੀ ਬੁਰੀ ਜੀ ਗੱਲ ਲੱਗੇਗੀ ਸਾਨੂੰ ਕਿ ਬਈ ਇੰਨੀ ਸਾਰੀ ਓਪਰਚੁਨਿਟੀ ਹੋਣ ਦੇ ਬਾਅਦ ਵੀ ਆਪਾਂ ਪਿੱਛੇ ਕਿਸ ਤਰ੍ਹਾਂ ਰਹਿ ਗਏ। ਇਹਦਾ ਮਤਲਬ ਅਸੀਂ ਟਾਈਮ ਨਹੀਂ ਦੇ ਰਹੇ, ਜਾਂ ਤੇ ਸਾਡਾ ਫੋਕਸ ਨਹੀਂ ਹੈਗਾ, ਸਾਡਾ ਫੋਕਸ ਆਲੇ ਦੁਆਲੇ ਡਿਸਟਰੈਕਸ਼ਨਸ ਤੇ ਹੈਗਾ, ਰਾਈਟ। ਸੋ ਪ੍ਰਾਇਰਟਾਈਜ਼ ਯੋਰ ਟਾਈਮ ਨੂੰ ਪ੍ਰਾਇਰਟਾਈਜ਼ ਕਰੋ। ਜੇ ਪੜ੍ਹਾਈ ਕਰ ਰਹੇ ਹੋ ਤਾਂ ਪੜ੍ਹਾਈ ਦੀ ਇਜ਼ ਪ੍ਰਾਇਰਟੀ, ਰਾਈਟ। ਸੋ whenever you get time, or even if you don't get time, then extract time ਨੂੰ extract ਕਰੋ। ਅਨਵਾਂਟਡ ਚੀਜ਼ਾਂ ਕੋਲੋਂ ਹਟਾ ਕੇ ਮੈਂ ਉਹੀਓ ਟਾਈਮ ਮੈਂ AI ਕੋਲੋਂ ਪੁੱਛ ਲੈਣਾ ਕਿ ਮੈਨੂੰ ਇਹ ਮੈਥਸ ਦਾ ਸਵਾਲ ਨਹੀਂ ਆ ਰਿਹਾ, ਮੈਨੂੰ ਇਹ ਸਾਇੰਸ ਹੀ ਨਹੀਂ ਪਤਾ ਲੱਗ ਰਹੀ, ਮੈਨੂੰ ਇਹ ਸੋਸ਼ਲ ਸਟੱਡੀਜ਼ ਦਾ ਇਹ ਚੀਜ਼ ਸਮਝ ਨਹੀਂ ਆ ਰਹੀ, ਇਹ ਕਿਸ ਤਰ੍ਹਾਂ ਹੋਈ ਸੀ, AI ਕੋਲੋਂ ਪੁੱਛ ਲਓ। So use it for your advantage. AI can explain you much better than your teachers, right? But growth mindset, continuous learning mindset ਹੈ ਤੁਹਾਨੂੰ ਬਣਾਉਣਾ ਪਏਗਾ, ਔਰ ਤੁਸੀਂ ਜੇ ਬਣਾਓਗੇ ਤੁਹਾਡਾ ਫਾਇਦਾ ਹੈਗਾ, right? Okay, so emerging careers, what will be the next 10 years, what will it all bring?
ਤੇ ਇਹ ਕੁਝ ਛੋਟਾ ਛੋਟਾ ਲਿਖਿਆ ਹੋਇਆ, ਆਈ ਥਿੰਕ ਸਾਰੇ ਬੱਚੇ ਨਹੀਂ ਪੜ੍ਹ ਪਾਣਗੇ ਤੇ ਮੈਂ ਤੁਹਾਡੇ ਵਾਸਤੇ ਪੜ੍ਹ ਦੇਣਾ ਕਿਉਂਕਿ ਬਹੁਤ ਸਾਰੇ ਸੀ ਸਲਾਈਡਸ ਆ ਨਹੀਂ ਸਕਦੇ ਸੀ। ਸੋ I'll tell you. So first one is healthcare and life sciences. Healthcare and life sciences means something related to your health, right? Everything related to your health and life. So 30% of the teens are normally, as study ਹੋਈ ਸੀ ਕਿ 30% of teens ਜਿਹੜੇ ਹੈਗੇ ਨੇ, teenagers ਜਿਹੜੇ ਹੈਗੇ, ਉਹ ਇਹ ਵਾਲਾ ਏਰੀਆ ਨੂੰ ਅਡਾਪਟ ਕਰਦੇ ਆ, ਠੀਕ ਹੈ। ਔਰ ਉਹ ਕਿਉਂ? ਕਿਉਂਕਿ ਜਿਹੜੇ ਟੀਨੇਜਰਸ ਹੈਗੇ ਉਹਨੂੰ ਪਤਾ ਹੈਗਾ, ਰਾਈਟ, ਲੋਟ ਆਫ ਪੀਪਲ ਯੂ ਨੋ ਅਬਾਊਟ ਦ IT, ਨੋ ਅਬਾਊਟ AI ਆਲਸੋ। ਤੇ ਇਹ ਜਿਹੜਾ ਸਭ ਤੋਂ ਅੱਛਾ ਫੀਲਡ ਅੱਗੇ ਪ੍ਰੋਮਿਸਿੰਗ ਫੀਲਡ ਹੋਏਗਾ ਫਰੋਮ ਦ ਬਿਜ਼ਨਸ ਪਰਸਪੈਕਟਿਵ, ਇਟਸ ਹੈਲਥ ਕੇਅਰ ਐਂਡ ਲਾਈਫ ਸਾਇੰਸਿਸ। ਬਹੁਤ ਅੱਛੀ ਇਹਦੇ ਵਿੱਚ ਰੈਵੋਲੂਸ਼ਨਸ ਆ ਰਹੇ ਨੇ ਵਿਦ ਦ AI, ਰਾਈਟ। ਹੁਣ ਐਸਾਂ ਦੇ ਰੈਵੋਲੂਸ਼ਨਸ ਆ ਰਹੇ ਨੇ ਕਿ ਇੱਕ ਡਾਕਟਰ ਬਿਨਾ ਆਪਰੇਸ਼ਨ ਕੀਤੇ ਉਹ ਗੋਗਲਸ ਪਹਿਨੇਗਾ। ਪਹਿਲੇ ਤੇ ਆਉਂਦਾ ਸੀ ਕਿ AR VR ਵੱਡੇ ਨਾ AR VR ਗੈਜਟਸ ਹੁੰਦੇ ਨੇ ਸੀ, ਇੰਨੇ ਵੱਡੇ ਲੱਗਦੇ ਸੀ, ਠੀਕ ਹੈ, ਉਹ ਪਹਿਨਦੇ ਸੀ। ਹੁਣ ਉਸ ਤੋਂ ਵੀ ਐਡਵਾਂਸਮੈਂਟ ਹੋ ਗਈ ਹੈ। ਹੁਣ ਆਈ ਥਿੰਕ ਮੈਟਾ ਨੇ ਗਲਾਸਿਸ ਕੱਢਤੇ ਨੇ, ਉਹ ਸਾਡੇ ਕੋਲ ਵੀ ਹੌਲੀ ਕਰਕੇ ਆ ਜਾਣਗੇ, ਠੀਕ ਹੈ। ਪਿਊਸ਼ ਬੰਸਲ ਦੀ ਜਿਹੜੀ ਚਸ਼ਮਿਆਂ ਦੀ ਕੰਪਨੀ ਹੈਗੀ ਹੈ ਉਹਨੇ ਵੀ ਕੱਢ ਦੇਣੇ ਨੇ, ਠੀਕ ਹੈ। ਸੋ ਉਹ ਗਲਾਸ ਪਾਉਂਦੇ ਆ, ਉਹ ਗਲਾਸ ਦੇ ਵਿੱਚ ਉਹਨਾਂ ਨੂੰ ਦਿਖ ਜਾਂਦਾ ਹੈ ਕਿ ਬਈ ਕਿਸ ਤਰੀਕੇ ਦੇ ਨਾਲ ਮੈਂ ਆਪਰੇਸ਼ਨ ਕਰਨਾ। ਉਹਦਾ ਤੇ ਅੱਖਾਂ ਦੇ ਵਿੱਚ ਹੀ ਆਪਰੇਸ਼ਨ ਚੱਲ ਰਿਹਾ ਹੈ, ਰਾਈਟ। ਔਰ ਉਹ ਆਮ ਆਦਮੀ ਨੂੰ ਪਤਾ ਨਹੀਂ ਲੱਗ ਰਿਹਾ, ਉਹ ਦੇਖ ਰਹੇ ਨੇ ਆਪਰੇਸ਼ਨਸ, ਰਾਈਟ। ਤੇ ਉਹ ਜੋ ਬੋਲ ਰਹੇ ਨੇ ਉਹ ਉੱਥੋਂ ਉਹਨੂੰ ਕਹਿੰਦੇ ਆ ਆਗਮੈਂਟਿਡ ਰਿਐਲਿਟੀ, ਰਾਈਟ। ਉਹ ਸਭ ਚੀਜ਼ਾਂ ਹੋ ਰਹੀਆਂ ਨੇ, ਉੱਥੋਂ ਹੀ ਉਹ ਆਪਣਾ ਆਪਰੇਸ਼ਨਸ ਕਰ ਲੈਣਗੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਮੈਂ ਇਸ ਬੱਚੇ ਦਾ ਆਪਰੇਸ਼ਨ ਕਰਨਾ ਤੇ ਇਹ ਆਪਰੇਸ਼ਨ ਦੇ ਵਿੱਚ ਉਹ ਸਭ ਚੀਜ਼ਾਂ ਫੀਡ ਹੋ ਜਾਣਗੀਆਂ ਔਰ ਫੀਡ ਹੋ ਕੇ ਉਹ ਪੂਰਾ ਆਪਰੇਸ਼ਨ ਵਿਦਆਊਟ ਸਟਾਰਟਿੰਗ ਆਫ ਦਾ ਆਪਰੇਸ਼ਨ ਉਹ ਪੂਰਾ ਆਪਰੇਸ਼ਨ ਦੇਖ ਲੈਣਗੇ ਕਿ ਮੈਨੂੰ ਕਿੱਥੇ ਕੀ ਪ੍ਰੋਬਲਮ ਆਉਣਗੀਆਂ, ਕਿੱਥੇ ਇਹਦਾ ਉਹਦੇ ਆਰਗਨਸ ਦੇ ਵਿੱਚ ਕੀ ਪ੍ਰੋਬਲਮਸ ਹੈਗੀਆਂ ਨੇ, ਸਭ ਚੀਜ਼ਾਂ ਪਹਿਲਾਂ ਪਤਾ ਲੱਗ ਜਾਣਗੀਆਂ, ਰਾਈਟ। ਸੋ ਇਟਸ ਅ ਵੈਰੀ ਬਿਗ ਐਡਵਾਂਸਮੈਂਟ, ਮਚ ਮੋਰ ਦੈਨ ਦਿਸ ਇਜ਼ ਵਨ ਆਫ ਦ ਐਗਜ਼ਾਮਪਲ ਹੈਲਥ ਕੇਅਰ ਔਰ ਲਾਈਫ ਸਾਇੰਸਿਸ ਦੇ ਵਿੱਚ। ਨੈਕਸਟ ਇਜ਼ ਡਿਜੀਟਲ ਮੀਡੀਆ ਐਂਡ ਕੰਟੈਂਟ। ਅੱਜ ਕੱਲ੍ਹ ਤਾਂ ਸਾਰੀ ਰੀਲਸ ਦੇਖਦੇ ਆ ਇਨਫਲੂਐਂਸਰਸ, ਰਾਈਟ। ਸੋ ਕਈਆਂ ਦੇ ਧਰੁਵ ਰਾਠੀ ਇਨਫਲੂਐਂਸਰ ਹੈਗਾ, ਕਿਸੇ ਦਾ ਕੋਈ ਇਨਫਲੂਐਂਸਰ ਹੈਗਾ, favorites, right? So 25% of the teens will be interested in the digital media and content in which the new jobs which will be coming in, जब तुसी वड्डे हो रहे हो तो jobs के साथ ही होंगियां, या when I say jobs, it's not jobs, it's a career. Some people can work with some company, so they will be in jobs, but some people will make their own companies. और ਤੁਹਾਡੇ ਵਿੱਚੋਂ ਹੀ ਬੱਚੇ ਹੋਣਗੇ ਜਿਨ੍ਹਾਂ ਨੇ ਕੰਪਨੀਆਂ ਬਣਾਉਣੀਆਂ ਨੇ, ठीक है। सो इट्स अ करियर। सो व्हाट विल दे बी? AI assisted designers, right? सो कंटेंट ਦੇ ਵਿੱਚ ਉਹਨਾਂ ਕੰਟੈਂਟ ਦੇ ਵਿੱਚ ਕੀ ਆਏਗਾ ਕਿ ਹੁਣ ਅਜੇ ਤੱਕ ਤਾਂ ਕੰਟੈਂਟ ਖੁਦ ਬਣਾਉਂਦੇ ਹੋ, ਹੁਣ ਹੌਲੀ ਹੌਲੀ ਕਰਕੇ ਕੰਟੈਂਟ ਆਪਣੇ ਆਪ ਬਣਨਾ ਸ਼ੁਰੂ ਹੋ ਗਿਆ ਹੈ। ਤੁਸੀਂ ਪ੍ਰੌਂਪਟ ਲਿਖੋ, ਕੰਟੈਂਟ ਆਪਣੇ ਆਪ ਬਣ ਜਾਏਗਾ, ਰਾਈਟ। ਸੋ ਉੱਪਰ ਹੁਣ ਉਹਨੂੰ ਡਿਜ਼ਾਈਨ ਕਰਨਾ, ਰਾਈਟ, what it should come, ਤੁਸੀਂ ਪ੍ਰੌਂਪਟ ਲਿਖ ਦਿੱਤਾ, ਉਹਨੇ LLM ਨੇ ਆਪਣੇ ਆਪ ਹੀ ਬਣਾ ਕੇ ਤੁਹਾਨੂੰ ਦੇ ਦਿੱਤਾ, ਰਾਈਟ। ਪਰ ਹੁਣ ਕੀ ਹੋਏਗਾ? ਹੁਣ ਐਸਾਂ ਦੀ ਜੌਬਸ ਆਉਣਗੀਆਂ, ਐਸੇ ਕਰੀਅਰ ਆਉਣਗੇ ਕਿ ਮੈਂ AI ਅਸਿਸਟਡ ਡਿਜ਼ਾਈਨਰ ਹੈਗੇ ਆ, ਰਾਈਟ। ਸੋ ਆਈ ਡਿਜ਼ਾਈਨ। ਸੋ ਜੇ ਕਿਸੇ ਨੇ ਕੋਈ ਐਡ ਬਣਾਉਣੀ ਹੈ ਤੇ ਉਹ ਬੰਦਾ ਜਿਹੜਾ ਹੈਗਾ ਉਹਦੇ ਕੋਲ 10 ਤਰੀਕੇ ਦੇ ਆਈਡੀਆਜ਼ ਹੈਗੇ ਨੇ ਕਿ ਉਹ ਡਿਜ਼ਾਈਨਰ ਦੇ ਕੋਲ ਕਿ ਇਸ ਤਰੀਕੇ ਦੀ ਐਡ ਬਣਾ ਸਕਦੇ ਹੋ, ਇਸ ਤਰੀਕੇ ਦੀ ਐਡ ਬਣਾ ਸਕਦੇ ਹੋ, ਇਸ ਤਰੀਕੇ ਦੀ ਐਡ ਬਣਾ ਸਕਦੇ ਹੋ, ਔਰ ਉਹ ਘੰਟੇ ਦੇ ਵਿੱਚ ਤੁਹਾਨੂੰ 10 ਮੌਕਅਪਸ ਬਣਾ ਕੇ ਦੇ ਦੇਗਾ ਕਿ ਇਹ ਦੇਖੋ ਐਸਾਂ ਦੀ ਐਡਸ ਹੈਗੇ ਨੇ ਇਹਨਾਂ ਚੁੱਕੇ। ਜਿਹੜਾ ਕੰਮ ਤੁਸੀਂ ਲਗਾ ਕੇ ਇੱਕ ਏਜੰਸੀ ਨੂੰ ਹਾਇਰ ਕਰਦੇ ਸੀ ਪਹਿਲੇ, ਉਹ ਏਜੰਸੀ ਫਿਰ ਕਰਦੀ ਸੀ ਤੁਹਾਡੇ ਵਾਸਤੇ ਔਰ 1 ਜਾਂ 2 ਤੁਹਾਨੂੰ ਆਲਟਰਨੇਟਿਵ ਦੇ ਦਿੰਦੀ ਸੀ। ਹੁਣ ਉਹ ਤੁਹਾਨੂੰ ਮਤਲਬ 10 ਆਲਟਰਨੇਟਿਵ ਦੇ ਦੇਗੀ ਵਿਦਿਨ 1 ਆਵਰ, 1 ਘੰਟੇ ਦੇ ਵਿੱਚ ਉਹ ਡਿਜ਼ਾਈਨਰ ਦੇ ਦੇਗਾ ਤੁਹਾਨੂੰ, ਠੀਕ। ਸੋ ਵਿਜ਼ੂਅਲ ਇਨਫਲੂਐਂਸਰਸ, ਇਮਰਸਿਵ ਸਟੋਰੀ ਟੈਲਿੰਗ, ਉਹ ਅੱਖਾਂ ਦੀ ਇਮਰਸਿਵ ਮੀਨਸ ਤੁਸੀਂ ਉਹਦੇ 'ਚ ਖੋ ਜਾਓਗੇ। ਯੂ ਵਿਲ ਨਾਟ ਨੋ ਕਿ ਮੈਂ ਰਿਐਲਿਟੀ 'ਚ ਨਹੀਂ ਹੋ ਰਿਹਾ, ਤੁਹਾਨੂੰ ਅੱਖਾਂ ਦੇ ਵਿੱਚ ਉਹ ਗੋਗਲਸ ਪਾਓਗੇ, ਤੁਸੀਂ ਉਹਦੇ ਵਿੱਚ ਹੀ ਖੋ ਜਾਓਗੇ ਕਿ ਅਰੇ ਇਹਦੇ 'ਚ ਚੱਲ ਰਿਹਾ ਤੁਸੀਂ ਉਹਦੇ 'ਚ ਹੀ, ਰਾਈਟ। ਸੋ ਐਸਾਂ ਦੀ ਵੀ ਇਨਵੈਂਸ਼ਨਸ ਹੋ ਰਹੀਆਂ ਨੇ, ਰਾਈਟ। ਮੈਟਾਵਰਸ ਆਰਕੀਟੈਕਟਸ, ਕਿਹਨੂੰ ਮੈਟਾਵਰਸ ਦੇ ਬਾਰੇ ਪਤਾ ਹੈ? ਮੈਟਾਵਰਸ, ਓ ਵਾਓ, ਵਾਟ ਇਜ਼ ਮੈਟਾਵਰਸ? नहीं पता, ज़्यादा नहीं पता। चलो फेसबुक ने आई थिंक फेसबुक ने एक
ਇੱਕ ਆਪਣਾ ਇੱਕ ਕਨਸੈਪਟ ਕੱਢਿਆ ਸੀ ਅੱਜ ਤੋਂ 3 ਸਾਲ 4 ਸਾਲ ਪਹਿਲੇ, ਰਾਈਟ। ਉਹਦੇ ਵਿੱਚ ਉਹ ਪੂਰਾ ਵਰਲਡ ਨਾ ਉਹ ਇੱਕ ਆਪਣੇ ਔਗਮੈਂਟਡ ਰਿਐਲਿਟੀ ਦੇ ਵਿੱਚ ਉਹਦੇ ਵਿੱਚ ਬਣ ਜਾਂਦਾ ਸੀ। ਮਤਲਬ ਤੁਸੀਂ ਉਹਦੇ ਵਿੱਚ ਆਪਣੀ ਸਪੇਸ ਲੈ ਸਕਦੇ ਹੋ, ਤੁਸੀਂ ਆਪਣੀ ਦੁਕਾਨ ਬਣਾ ਸਕਦੇ ਹੋ, ਤੁਸੀਂ ਆਪਣੀ ਕਾਰੋਬਾਰ ਸੈੱਟ ਕਰ ਸਕਦੇ ਹੋ, ਤੁਸੀਂ ਆਪਣਾ ਉਹਦੇ ਵਿੱਚ ਪੂਰਾ ਚੀਜ਼ ਤੁਹਾਨੂੰ ਦਿਖੇਗਾ, ਤੁਹਾਡਾ ਬ੍ਰਾਂਡ ਦਿਖੇਗਾ, ਠੀਕ ਹੈ। ਜਿਵੇਂ ਇਹ ਪੂਰਾ ਹਾਲ ਹੈਗਾ, ਇਹ ਪੂਰਾ ਹਾਲ ਉੱਥੇ ਬਣ ਜਾਏਗਾ, ਠੀਕ ਹੈ। ਤੁਸੀਂ ਜਿਸ ਤਰ੍ਹਾਂ ਐਂਟਰ ਕੀਤਾ ਹੈ ਉਹ ਐਂਟਰ ਕਰ ਲਓਗੇ, ਤੁਸੀਂ ਐਂਟਰ ਕਰਕੇ ਤੁਸੀਂ ਜਿੱਦਾਂ ਬੈਠ ਰਹੇ ਹੋ ਤੁਸੀਂ ਪੂਰਾ ਐਕਸਪੀਰੀਅੰਸ ਲੈ ਸਕਦੇ ਹੋ, ਬਣਨ ਤੋਂ ਪਹਿਲੇ ਲੈ ਸਕਦੇ ਹੋ। ਤੇ ਹੁਣ ਕੀ ਹੋ ਰਿਹਾ ਹੈ ਅੱਗੇ ਐਡਵਾਂਸਮੈਂਟਸ ਦੇ ਵਿੱਚ ਕਿ ਲੋਕਾਂ ਨੇ ਆਪਣੀ ਫੈਕਟਰੀਜ਼, ਆਈ ਥਿੰਕ ਵੱਡੇ ਬ੍ਰਾਂਡਸ ਨੇ, ਨਾਈਕੀ ਵਗੈਰਾ ਨੇ ਆਪਣੀ ਫੈਕਟਰੀਜ਼ ਜਿਹੜੀ ਹੈਗੀਆਂ ਨੇ ਉਹ ਮੈਟਾਵਰਸ ਦੇ ਉੱਤੇ ਪਾਤੀਆਂ ਨੇ ਬਣਾ ਕੇ। ਤੁਸੀਂ ਉਹਦਾ ਪੂਰਾ ਵਾਕ ਥਰੂ ਲੈ ਸਕਦੇ ਹੋ, ਠੀਕ ਹੈ। ਅਜੇ ਇਹਦੇ ਵਿੱਚ ਕੀ ਫਾਇਦਾ ਹੈਗਾ ਕਿ ਅਜੇ ਤੁਸੀਂ ਇੱਕ ਬ੍ਰਿਕ ਵੀ ਨਹੀਂ ਲਗਾਈ ਆਪਣੇ ਬਿਲਡਿੰਗ ਦੀ, ਪੂਰਾ ਪਹਿਲੇ ਤੁਸੀਂ ਉਹਦਾ ਪਲਾਨ ਬਣਾ ਲਓ, ਪਲਾਨ ਬਣਾ ਕੇ ਦਿਖਾ ਦਿਓ ਕਿ ਇਹ ਜੀ ਐਸਾ ਹੁੰਦਾ, ਜਿਸ ਤਰ੍ਹਾਂ ਹੁਣੇ ਹੁੰਦਾ ਹੈ, ਪਰ ਉਹ ਤੁਸੀਂ ਉਹਨੂੰ ਆਟੋਮੇਟ ਕਰ ਲੈਂਦੇ ਹੋ, 3D ਦੇ ਵਿੱਚ ਦਿਖਾ ਲੈਂਦੇ ਹੋ। ਉਹਦੇ ਵਿੱਚ ਹੋਰ ਜ਼ਿਆਦਾ ਹੈਗਾ, ਉਹਦੇ ਪੂਰਾ ਤੁਹਾਡਾ ਹੋਰ ਜ਼ਿਆਦਾ ਐਡਵਾਂਸਡ ਹੈਗਾ, ਰਾਈਟ। ਤੇ ਉਹ ਸਭ ਤੁਸੀਂ ਪਹਿਲੇ ਹੀ ਕਰ ਲੈਂਦੇ ਹੋ, ਬਜਾਏ ਕਿ ਤੁਸੀਂ ਅਜੇ ਬਿਲਡਿੰਗ ਬਣਾਈ ਹੈ, ਬਿਲਡਿੰਗ ਬਣਾਉਣ ਤੋਂ ਪਹਿਲੇ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਕਿ ਮੇਰੇ ਆਲੇ ਦੁਆਲੇ ਕੌਣ ਹੈਗਾ, ਮੇਰੇ ਅੰਦਰ ਕੀ ਹੈਗਾ, ਕਿਸ ਤਰ੍ਹਾਂ ਜਾਵਾਂਗਾ, ਉਹਦੀ ਰੋਟੇਸ਼ਨਸ ਕੀ ਹੈਗੀ ਹੈ, ਕਿਹੜੇ ਕਮਰੇ ਦੇ ਵਿੱਚ ਜਾਵਾਂਗਾ, ਕਿਸ ਤਰ੍ਹਾਂ ਲੱਗੇਗਾ ਮੈਨੂੰ, ਕਿਸ ਤਰ੍ਹਾਂ ਦੀ ਫੀਲਿੰਗਸ ਆਉਣਗੀਆਂ, ਉੱਥੇ ਤੁਸੀਂ ਬੈਠ ਕੇ ਪੂਰੀ ਫੀਲ ਕਰ ਸਕਦੇ ਹੋ, ਰਾਈਟ। ਸੋ ਦਿਸ ਇਜ਼ ਆਲ ਮੈਟਾਵਰਸ। ਸੋ ਇਹਦੇ ਵਿੱਚ ਵੀ ਕਾਫੀ ਐਡਵਾਂਸਮੈਂਟਸ ਹੋ ਰਹੀਆਂ ਨੇ। ਬਿਜ਼ਨਸ ਫਾਈਨੈਂਸ ਦੇ ਵਿੱਚ ਹੋ ਰਹੀਆਂ, ਨਵੇਂ ਫਿਨਟੈਕਸ ਖੁੱਲ ਰਹੇ ਨੇ, ਰਾਈਟ। ਸੋ ਆਈ ਮੀਨ ਟੂ ਸੇ ਦੈਟ ਯੂ ਹੈਵ ਦ ਕਰੀਅਰਸ ਵਿਚ ਆਰ ਨਾਟ ਦੇਅਰ ਰਾਈਟ ਨਾਓ। ਤੁਹਾਡੇ ਮਾਪਿਓ ਨੇ ਜਿਹੜੇ ਕਰੀਅਰਸ, ਜਾਂ ਅਸੀਂ ਜਦੋਂ ਛੋਟੇ ਸੀ ਅਸੀਂ ਕਰੀਅਰਸ ਦੇਖੇ ਸੀ, ਡਾਕਟਰ, ਇੰਜੀਨੀਅਰ, CA, ਬੈਂਕਿੰਗ, ਟੀਚਰਸ, ਥੀਸ ਵਰ ਦ ਕਰੀਅਰਸ, ਰਾਈਟ। ਇਹੀ ਕਰੀਅਰਸ ਹੈਗੇ ਸੀ ਜਿਹੜੇ ਵੱਡੇ ਹੈਗੇ, ਇਹਨਾਂ ਨੂੰ ਪਤਾ ਹੈ, ਰਾਈਟ। ਪਰ ਹੁਣ ਜਿਹੜੇ ਕਰੀਅਰਸ ਹੈਗੇ ਨੇ ਦੇਖੋ, ਰਾਈਟ। ਸੋ ਇਹ ਨਹੀਂ ਕਹਿੰਦੇ ਕਿ ਡਾਕਟਰਸ ਨਹੀਂ ਹੋਣਗੇ, ਡਾਕਟਰਸ ਵੀ ਹੋਣਗੇ, ਪਰ ਡਾਕਟਰ ਉਹੋ ਜਿਹਾ ਬੰਦਾ ਹੋਏਗਾ ਕਿ ਇੱਕ ਡਾਕਟਰ ਵੀ ਹੈਗਾ ਤੇ ਇੱਕ ਮੈਟਾਵਰਸ ਐਂਥੂਸੀਆਸਟ ਵੀ ਹੈਗਾ, ਠੀਕ। ਇੱਕ CA ਵੀ ਹੈਗਾ ਤੇ CA ਦੇ ਨਾਲ ਇੱਕ ਆਰਟਿਸਟ ਵੀ ਹੈਗਾ। ਸੋ ਹੁਣ ਤੱਕ ਕੀ ਹੋਇਆ ਸੀ ਕਿ ਇੱਕ ਜਨਰੇਸ਼ਨ ਦੇ ਵਿੱਚ ਜਿਹੜੇ ਸਾਡੇ ਵੱਡੇ ਹੈਗੇ ਆ, ਬੈਠੇ ਆ, ਮੇਰੇ ਬਰਾਬਰ ਦੇ ਵੀ ਹੈਗੇ ਆ, ਆਪਾਂ ਆਪਣੀ ਲਾਈਫ ਟਾਈਮ ਦੇ ਵਿੱਚ ਨਾ 1 ਜਾਂ 2 ਕਰੀਅਰਸ ਰਹੇ ਨੇ ਸਾਡੇ ਸਾਰਿਆਂ ਦੇ, 1 ਜਾਂ 2, ਰਾਈਟ। ਹੁਣ ਜਿਹੜੇ ਬੱਚੇ ਨੇ ਨਾ, ਅੱਛਾ ਮੈਂ ਆਪਣੀ ਗੱਲ ਦੱਸ ਦਿੰਦਾ, ਮੇਰਾ ਹੁਣ ਸਟਾਰਟਅਪ ਦੇ ਨਾਲ ਇਟ ਵਿਲ ਬੀ ਮਾਈ 6th ਕਰੀਅਰ, 6th, 6ਵਾਂ ਕਰੀਅਰ ਹੈ, ਰਾਈਟ। ਉਹ ਕਿਸ ਤਰ੍ਹਾਂ, ਪਹਿਲੇ ਮੈਂ ਆਪਣਾ ਜੌਬ ਸਟਾਰਟ ਕੀਤੀ ਸੀ ਤੇ ਮੈਂ ਸੇਲਸ ਤੋਂ ਸਟਾਰਟ ਕੀਤੀ ਸੀ, ਸੇਲਸ ਤੋਂ ਕੀਤੀ, ਔਰ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਉਹਨਾਂ ਨੇ ਹੱਥ ਪਾਇਆ ਆਪਾਂ ਡਟ ਕੇ ਮਿਹਨਤ ਕੀਤੀ ਤੇ ਸਭ ਤੋਂ ਵਧੀਆ ਉਹਦੇ ਸਾਨੂੰ ਰਿਵਾਰਡਸ ਗੁਰੂ ਸਾਹਿਬ ਨੇ ਦਿੱਤੇ ਹੈ, ਠੀਕ ਹੈ। ਮੇਰਾ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ, ਮੈਂ ਜਦੋਂ ਪਹਿਲਾ ਆਪਣੇ ਲਾਈਫ ਦਾ ਇੰਟਰਵਿਊ ਸੀ, ਮੇਰਾ ਸੇਲਸ ਦਾ ਪਹਿਲਾ ਲਾਈਫ ਦਾ ਇੰਟਰਵਿਊ ਸੀ, ਔਰ ਮੈਂ ਪਹਿਲੇ ਲਾਈਫ ਦੇ ਇੰਟਰਵਿਊ ਨੂੰ ਪਹਿਲੇ ਦਿਨ ਦੇ ਕੇ ਪਹਿਲੇ ਦਿਨ ਹੀ ਆਫਰ ਲੈਟਰ ਲੈ ਕੇ ਆਇਆ ਸੀ, ਰਾਈਟ। ਉਹਦੇ ਪਿੱਛੇ ਕੀ ਰਾਜ ਸੀ। ਉਸ ਤੋਂ ਬਾਅਦ ਮੈਂ ਸੈਕੰਡ ਇੰਟਰਵਿਊ ਦਿੱਤਾ ਸੀ, ਉੱਥੇ ਮੈਂ ਇੱਕ ਸਾਲ ਕੰਮ ਕੀਤਾ ਸੇਲਸ ਦੀ ਜੌਬ ਦੇ ਵਿੱਚ, ਰਾਈਟ। ਐਂਡ ਮੇਰਾ ਜਿਹੜਾ ਫਸਟ ਮੰਥ ਦੀ ਜਿਹੜੀ ਸੇਲ ਸੀ ਨਾ, ਉਹ ਸਾਰੇ ਜਿਹੜੇ ਆਰਗੇਨਾਈਜੇਸ਼ਨ ਹੈਗੇ ਸੀ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮੇਰੀ ਸੇਲ ਸੀ। ਉੱਥੇ ਤਸੱਲੀ ਮਚ ਗਈ, ਕੋਈ ਸਰਦਾਰ ਜੀ ਆਏ ਹੈ, ਭਾਈ ਸਾਹਿਬ ਦੇਖੋ ਇਨਸੇ सीखो, ਰਾਈਟ। ਤੇ ਔਰ ਸਿਰਫ ਉਹਦੇ ਵਿੱਚ ਜਿਹੜਾ ਉਹਦਾ ਰੀਜ਼ਨ ਸੀ, ਉਹ ਮੈਂ ਇੱਕ ਬੁੱਕ ਲਿਖੀ ਹੋਈ ਆਪਣੀ, ਤੇ ਤੁਸੀਂ ਸਾਡੇ ਸਾਈਟ ਤੇ ਜਾਂ ਸਿੱਖ ਕਰੀਅਰ ਗਰੋਥ ਤੇ ਲੱਭੋਗੇ ਜਾਂ ਮੇਰੇ ਨਾਲ ਗੱਲ ਕਰੋਗੇ, ਮੈਂ ਤੁਹਾਨੂੰ ਦੱਸ ਦਾਂਗਾ ਉਹਦੀ ਸਾਰੀ ਹਿਸਟਰੀ ਹੈਗੀ ਕਿ ਉਹ ਕਿਸ ਤਰ੍ਹਾਂ ਹੋਇਆ ਸੀ। ਕਹਿਣ ਦੀ ਗੱਲ ਹੈਗੀ ਕਿ ਹੁਣ ਤੱਕ ਅਸੀਂ, ਮੇਰਾ 6ਵਾਂ ਕਰੀਅਰ ਹੈਗਾ ਤੇ ਤੁਹਾਡੇ ਬੱਚਿਆਂ ਦਾ ਵੀ ਨਾ 6-7 ਕਰੀਅਰ, 7 ਕਰੀਅਰਸ ਆਰ ਵਾਟ ਇਜ਼ ਬੀਨ ਰਿਸਰਚਡ। ਅੱਗੇ ਦੇ ਬੱਚਿਆਂ ਦੇ ਘੱਟ ਤੋਂ ਘੱਟ 7 ਕਰੀਅਰਸ ਦੇ ਵਿਲ ਹੈਵ ਇਨ देयर ਲਾਈਫ, ਵਾਈਲ ਵੀ ਹੈਡ ਜਸਟ 1 or 2, ਰਾਈਟ। ਸੋ ਇਹ ਐਡਵਾਂਸਮੈਂਟ ਹੋਣੀ ਹੈ, ਰਾਈਟ। ਔਰ ਇਹ ਕਿਸ ਤਰ੍ਹਾਂ ਹੋਏਗੀ, ਔਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਸਵਿਚ ਕਰਦੇ ਰਹਾਂਗੇ ਕਰੀਅਰਸ। ਇਹਦਾ ਮਤਲਬ ਇਹ ਹੈ ਕਿ ਜੋ ਸਾਨੂੰ ਪਸੰਦ ਹੈਗਾ, ਜੋ ਤੁਹਾਨੂੰ ਪਸੰਦ ਹੈਗਾ, ਤੁਸੀਂ ਉਹ ਕਰੋਗੇ ਲਾਈਫ ਦੇ ਵਿੱਚ। ਇਹ ਤੁਹਾਨੂੰ ਟੈਕਨੋਲੋਜੀ ਹੈਲਪ ਕਰੇਗੀ
ਜੋ ਚੀਜ਼ ਤੁਸੀਂ ਸੋਚਦੇ ਹੋ, ਜਿਹਦੇ 'ਚ ਤੁਹਾਨੂੰ ਪੈਸ਼ਨ ਹੈਗਾ ਹੈ, ਉਹ ਤੁਹਾਡਾ ਪੈਸ਼ਨ, ਉਹ ਚੀਜ਼ ਤੁਸੀਂ ਕਰੋਗੇ ਔਰ ਉਹਦੇ 'ਚ ਤੁਸੀਂ ਸਕਸੈਸਫੁਲ ਹੋਵੋਗੇ, ਰਾਈਟ। ਤੇ ਇਸ ਲਈ ਯੂ ਵਿਲ ਹੈਵ 7-8 ਡਿਫਰੈਂਟ ਕਰੀਅਰਸ। ਤੇ ਜਿਹੜੇ ਇਹ ਕਰੀਅਰਸ ਹੈਗੇ ਨੇ, ਇਹਦੇ ਵਿੱਚ ਪੁਰਾਣੇ ਕਰੀਅਰਸ ਵੀ ਐਮਲਗਮੇਟਿਡ ਨੇ। ਇਹਦੇ ਵਿੱਚ ਡਾਕਟਰਸ ਵੀ ਹੈਗੇ ਨੇ ਜਿਹੜੇ ਕਿ ਨਾਲ ਇਹ ਵੀ ਹੈਗੇ ਨੇ, ਉਹਨਾਂ ਨੇ ਡਾਕਟਰੀ ਕੀਤੀ, ਠੀਕ ਹੈ, 5 ਸਾਲ ਡਾਕਟਰੀ। ਮੇਰੇ ਕੋਲ ਬਹੁਤ ਸਾਰੇ ਸਾਡੇ ਕੋਲ ਐਗਜ਼ਾਮਪਲਸ ਹੈਗੇ ਨੇ ਕਿ ਬੱਚੇ ਆਪਣਾ ਕਰੀਅਰ ਹੀ ਠੀਕ ਤਰੀਕੇ ਨਾਲ ਸਿਲੈਕਟ ਹੀ ਨਹੀਂ ਕਰ ਪਾਉਂਦੇ। ਸਭ ਤੋਂ ਵੱਡੀ ਹੁਣ ਚੈਲੰਜ ਇਹ ਚੱਲ ਰਿਹਾ ਹੈ ਕਿ ਬੱਚੇ ਸਿਲੈਕਟ ਹੀ ਕਰ ਪਾਉਂਦੇ ਕਿ ਇਹਨਾਂ ਵਿੱਚੋਂ ਕਿਹਦੇ 'ਚ ਮੈਂ ਜਾਵਾਂ, ਮੇਰਾ ਕਿਹੜਾ ਕਰੀਅਰ ਮੈਨੂੰ ਲੈਣਾ ਚਾਹੀਦਾ ਹੈ, ਰਾਈਟ। ਸੋ ਦੇयर इज नो ਇਵੈਲੂਏਸ਼ਨ ਕ੍ਰਾਈਟੇਰੀਆ ਕਿ ਆਪਾਂ ਕਿਹੜੇ ਕਰੀਅਰ ਜਾਈਏ, ਮੇਰੇ ਵਾਸਤੇ ਕਿਹੜਾ ਕਰੀਅਰ ਸੂਟੇਬਲ ਹੈਗਾ, ਇਹ ਕਿਸ ਤਰ੍ਹਾਂ ਪਤਾ ਲੱਗੇਗਾ। ਸੋ ਦੇयर इज नो ਸਾਇੰਟੀਫਿਕ ਵੇ ਕਿ ਕਿਸ ਤਰੀਕੇ ਨਾਲ, ਅਜੇ ਤੱਕ ਸਾਨੂੰ ਪਤਾ ਨਹੀਂ ਹੈ, ਅਵੇਅਰਨੈਸ ਨਹੀਂ ਹੈ। ਅੱਛਾ, ਕਿਸ ਨੂੰ ਅਵੇਅਰਨੈਸ ਹੈਗੀ ਹੈ ਕਿ ਕਰੀਅਰ ਸਿਲੈਕਟ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਬਾਈ ਫੀਅਰਲੈਸ ਚਾਹੀਦਾ ਹੈ ਸਾਨੂੰ ਬੱਚੇ। ਸਾਨੂੰ ਕਰੀਅਰ ਕਿਸ ਤਰ੍ਹਾਂ ਸਿਲੈਕਟ ਕਰਨਾ ਚਾਹੀਦਾ ਹੈ ਕਿ ਕਿਹੜੇ, ਅੱਛਾ ਇਹਨਾਂ ਵਿੱਚੋਂ ਮੈਂ ਕਿਹਦੇ ਵਿੱਚ ਜਾਵਾਂ। ਹਰ ਬੰਦਾ ਕੁਐਸਚਨ ਕਰੇ ਕਿ ਤੁਸੀਂ ਕਿਹੜੇ ਕਰੀਅਰ ਨੂੰ ਅਡਾਪਟ ਕਰੋਗੇ, ਉਹ ਕਿਸ ਤਰ੍ਹਾਂ ਪਤਾ ਲੱਗਦਾ ਹੈ। ਹਾਊ ਡੂ ਯੂ ਨੋ? Yes, I want 3-4 hands, and 3-4 hands were there. So you can have your first answer. Yeah. Very good, very good. So clapping ਤਾਂ ਬਣਦੀ ਹੈ ਬਈ, ਸਾਰਿਆਂ ਨੂੰ ਕਲੈਪਿੰਗ ਕਰਨੀ ਹੈ, ਹੌਸਲਾ ਅਫਜ਼ਾਈ ਕਰਨੀ ਹੈ। ਅੱਛਾ, ਹੁਣ ਬੱਚੇ ਤੁਸੀਂ ਦੱਸੋ, ਤੁਸੀਂ ਹੱਥ ਖੜਾ ਕਰਨ ਲੱਗੇ ਸੀ ਨਾਲ। ਓਕੇ, ਤੁਸੀਂ ਦੱਸੋ ਬੇਟੇ ਤੁਸੀਂ ਬੋਲੋ। ਚਲੋ, ਵੈਰੀ ਗੁੱਡ, ਵੈਰੀ ਗੁੱਡ। ਤੇ ਇੰਟਰਸਟ, ਓਕੇ ਬੱਚੇ। वेरी गुड, क्या बात है, अपलॉज यार, बहुत बढ़िया। कि इंटरेस्ट देखेगा, फिर देखेगा मेरी प्रैक्टिकल रियलिटीज़ की ने, राइट, फिर ਉਹਦੇ ਸਾਹਮਣੇ ਕਰੇਗਾ, ਬਿਲकुल ठीक है। अच्छा, एक ਤੁਹਾਡੇ ਵਾਸਤੇ ਨਾ ਇੱਕ ਨੌਲੇਜ ਇੱਕ ਹੋਰ ਦੇ ਕੇ ਜਾਂਦੇ ਆ ਕਿ ਡਿਵੈਲਪਡ ਕੰਟਰੀਜ਼ ਜਿਹੜੀ ਹੈਗੀਆਂ ਨੇ ਉੱਥੇ ਕਿਸ ਤਰ੍ਹਾਂ ਹੁੰਦਾ ਹੈ, USA ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ, ਯੂਰਪ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ। ਉਹ ਲੋਕ ਸਾਡੇ ਕੋਲੋਂ ਥੋੜਾ ਐਡਵਾਂਸ ਨੇ ਇਨ ਟਰਮਸ ਆਫ देयर ਰਿਸਰਚ ਐਂਡ ਆਲ। ਸੋ ਹਾਊ ਡੂ ਦੇ ਡੂ, ਉਹ ਕਿਸ ਤਰ੍ਹਾਂ ਕਰਦੇ ਨੇ ਇਹ ਚੀਜ਼ ਨੂੰ ਨਾ ਮੈਂ। ਅੱਛਾ ਦੱਸੋ ਬੱਚੇ, ਦੱਸੋ ਬੇਟਾ। yes, applause, yes। ਤੇ ਇਹ ਤਾਂ ਗੱਲ ਵਧੀਆ ਹੈਗੀ ਹੈ। ਦੇਖੋ, ਇਸ ਲਈ ਸਾਨੂੰ ਡਰ ਹਟਾਉਣਾ ਹੈ ਆਪਣੇ ਘਰ ਤੇ ਘਰ। ਸਿੱਖਾਂ ਦੇ ਘਰਾਂ ਦੇ ਵਿੱਚੋਂ ਤਾਂ ਡਰ ਨਹੀਂ ਹੋਣਾ ਚਾਹੀਦਾ ਬੱਚਿਆਂ ਦੇ ਉੱਤੇ, ਰਾਈਟ। ਇਫ ਵੀ ਆਰ, ਜੇ ਸਾਨੂੰ ਅਸੀਂ ਪੇਰੈਂਟਿੰਗ ਕਰ ਰਹੇ ਹਾਂ ਡਰਾ ਕੇ ਕਰ ਰਹੇ ਹਾਂ ਤਾਂ ਕੁਛ ਨਾ ਕੁਛ ਤਾਂ ਗੜਬੜ ਕਰ ਰਹੇ ਹਾਂ ਅਸੀਂ ਆਪਣੇ ਵਿੱਚ। ਸੋ ਵਿਲ ਟਾਕ ਲੇਟਰ ਔਨ, ਜਦੋਂ ਅਸੀਂ ਬਾਹਰ ਮਿਲ ਸਕਦੇ ਹਾਂ, ਅਸੀਂ ਡਿਸਕਸ ਕਰ ਸਕਦੇ ਹਾਂ। ਬਟ ਯੈਸ, ਤੇ ਇੱਕ ਪੁਆਇੰਟ ਹੈਗਾ ਕਿ ਬਈ ਆਪਾਂ ਬਿਨਾਂ ਡਰੇ ਉਹ ਚੀਜ਼ ਸਿਲੈਕਟ ਕਰ ਸਕਦੇ। ਬੇਟੇ ਕੁਛ ਕਹਿਣਾ ਚਾਹੁੰਦੇ ਹੋ? नो, चलो ठीक है, ऑलराइट। सो बट बेटे एक चीज और हैगी है, दे हैव अ साइंटिफिक वे। व्हाट इज द साइंटिफिक वे? द साइंटिफिक वे इज दे हैव अ साइकोमेट्रिक एनालिसिस। साइकोमेट्रिक एनालिसिस मीन्स द इंटरेस्ट ऑफ अ पर्सन, ਬੱਚੇ ਦਾ ਇੰਟਰਸਟ ਕਿੱਥੇ ਹੈਗਾ, ਬੱਚੇ ਦੀ ਉੱਥੇ ਨਾ ਕੁਝ ਕੁਐਸਚਨਸ ਹੁੰਦੇ ਨੇ, ਬੜੇ ਈਜ਼ੀ ਕੁਐਸਚਨਸ ਹੁੰਦੇ ਨੇ। ਉਹ ਕੁਐਸਚਨ ਦਾ ਜਦੋਂ ਬੱਚਾ ਜਵਾਬ ਦਿੰਦਾ ਨਾ, ਉਹਦੇ ਨਾਲ ਪਤਾ ਲੱਗ ਜਾਂਦਾ ਕਿ ਵੀ ਬੱਚੇ ਦਾ ਇੰਟਰਸਟ ਕਿਸ ਤਰਫ ਜਾਂਦਾ ਹੈ, ਰਾਈਟ। ਉਹਦੇ ਨਾਲ ਉਹਦੇ ਉੱਤੇ ਪੂਰੀ ਰਿਸਰਚ ਹੁੰਦੀ ਹੈ, ਉਹਦੇ ਡਿਫਰੈਂਟ ਮਾਡਲਸ ਹੁੰਦੇ ਨੇ। ਅਸੀਂ ਉਹਨੂੰ ਸਟੱਡੀ ਕੀਤਾ, ਉਹਦੇ ਵਿੱਚੋਂ ਫਿਰ ਅਸੀਂ ਕੁਝ ਮਾਡਲਸ ਨੂੰ ਅਡੋਪਟ ਕੀਤਾ, ਰਾਈਟ। ਫਿਰ ਥੋੜ੍ਹੀ ਜਿਹੀ ਉਹਨੂੰ ਟਵੀਕਿੰਗ ਕੀਤੀ ਆਪਣੇ ਕਲਚਰ ਦੇ ਹਿਸਾਬ ਦੇ ਨਾਲ, ਰਾਈਟ। ਫਿਰ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਬੱਚਿਆਂ ਦੇ ਉੱਤੇ। ਪਿਛਲੇ 5 ਸਾਲਾਂ ਤੋਂ ਜਿਹੜੀ ਮੇਰੀ ਉਹਦੀ ਐਫੀਸ਼ੀਐਂਸੀ ਹੈ ਇਜ਼ ਮੋਰ ਦੈਨ 90% ਐਕੂਰੇਸੀ ਆ ਰਹੀ ਹੈ ਕਿ ਬੱਚੇ ਨੂੰ ਨਹੀਂ ਪਤਾ ਹੁੰਦਾ, ਬੱਚੇ ਦੇ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਕਿ ਬਈ ਇਹ ਬੱਚੇ ਦੇ ਵਿੱਚ ਇਹ ਕੁਆਲਿਟੀਜ਼ ਹੈਗੀਆਂ ਨੇ। ਹਾਂ, ਸਾਨੂੰ ਲੱਗਦਾ ਤਾਂ ਸੀ ਆਈ ਹੈਗੀਆਂ ਨੇ, ਪਰ ਸਾਨੂੰ ਕੁਝ ਪਤਾ ਨਹੀਂ ਸੀ, ਕਿਉਂਕਿ ਦੇयर इज नो ਸਾਇੰਟੀਫਿਕ ਵੇ ਟੂ ਬੈਕਅਪ योर बिलीफ कि भाई हाँ दिस इज द राइट थिंग टू गो। बिकॉज जब तक कोई साढ़े को रिपोर्ट नहीं हैगी, असी किस तरह बिलीव करिए,
राइट, और डिसीजन लेना उतना ही डिफिकल्ट होता है. सो साइकोमेट्रिक एनालिसिस आर द टेस्ट विच नॉर्मली वेस्टर्न कंट्री डू दैट, एंड फ्रॉम देयर दे इवैल्यूएट कि बच्चे दे इंटरेस्ट कितने ने, बच्चे का पैशन कितने है. ਇਹਨੂੰ ਅਸੀਂ ਅਡਾਪਟ ਕੀਤਾ ਹੈ, ਰਾਈਟ, ਤੇ ਇਹਨੂੰ ਅਸੀਂ ਅਡਾਪਟ ਕਰਕੇ ਬੱਚਿਆਂ ਦਾ ਐਨਾਲਿਸਿਸ ਅਸੀਂ ਪਿਛਲੇ 5 ਸਾਲਾਂ ਤੋਂ ਐਸੇ ਹੀ ਕਰ ਰਹੇ ਹਾਂ, ਰਾਈਟ. ਸੋ ਮੈਂ ਜਿਹੜੀ ਕਾਉਂਸਲਿੰਗ ਕਰਦਾ 1-to-1 ਪਰਸਨਲ ਕਾਉਂਸਲਿੰਗ ਕਰਦੇ ਹਾਂ ਅਸੀਂ ਓਵਰ ਦ ਕਾਲ, ਵੀਡੀਓ ਕਾਲ, ਪੇਰੈਂਟਸ ਨੂੰ ਬਿਠਾ ਕੇ, ਤੇ ਬੱਚੇ ਦਾ ਇੰਟਰਸਟ ਪਤਾ ਲੱਗ ਜਾਂਦਾ ਕਿ ਬੱਚੇ ਦਾ ਇਹ ਇੱਥੇ ਇੰਟਰਸਟ ਹੈਗਾ, ਇੱਥੇ ਪਰਸਨੈਲਿਟੀ ਹੈਗੀ ਹੈ, ਇਸ ਏਰੀਆ ਦੇ ਵਿੱਚ ਇਹਨੂੰ ਕਰੀਅਰ ਬਣਾਉਣਾ ਚਾਹੀਦਾ ਹੈ. ਕਿਉਂ? ਕਿਉਂਕਿ ਉਹਦਾ ਉਹ ਏਰੀਆ ਬਾਕੀਆਂ ਨਾਲੋਂ ਸਟਰੋਂਗ ਹੈਗਾ, ਬਾਕੀਆਂ ਦੇ ਨਾਲ ਉਹਦਾ ਉਹ ਵੈਸੇ ਹੀ ਕੰਪੀਟੀਟਿਵਲੀ ਉੱਪਰ ਹੈਗਾ, ਕਿਉਂਕਿ ਉਹਦੀ ਇਨਬੋਰਨ ਟੈਲੈਂਟ ਹੈਗਾ, ਉਹਦੇ 'ਚ ਉਹਦੇ ਇਨਬੋਰਨ ਟ੍ਰੇਟਸ ਉਹਦੇ 'ਚ ਸਟਰੋਂਗ ਹੈਗੇ ਨੇ. ਹਰ ਬੰਦਾ ਕਿਸੇ ਨਾ ਕਿਸੇ ਚੀਜ਼ 'ਤੇ ਸਟਰੋਂਗ ਹੁੰਦਾ ਹੈ, ਰਾਈਟ. ਸੋ ਉਹਦੇ 'ਚ ਉਹ ਸਟਰੋਂਗ ਹੈਗਾ, ਉਹਦੇ ਵਿੱਚ ਕਰੀਅਰ ਬਣਾਉਂਦਾ ਹੈ, ਅਤੇ ਉਹਦਾ ਸਕਸੈਸਫੁਲ ਹੋਣ ਦੇ ਨਾਲ ਨਾਲ ਉਹਦਾ ਬਾਕੀਆਂ ਨਾਲੋਂ ਉੱਪਰ ਹੋਣਾ ਵੀ ਕੁਝ ਹੱਦ ਤੱਕ ਗਰੰਟਿਡ ਹੋ ਜਾਂਦਾ ਹੈ. योर सक्सेस इज ईजी टू प्रिडिक्ट कि हाँ भाई ये सक्सेसफुल हो सकता है, राइट. सो दैट्स हाउ वी डू काउंसलिंग्स, राइट. सो इट्स वेरी इंपॉर्टेंट फॉर यू टू नो व्हाट्स योर एक्चुअल पैशन एरिया. ਜਦੋਂ ਅਸੀਂ एनालिसिस कर रहे थे 5 साल पहले, सब तो पहले मैं अपने उत्ते लगाया कि भाई मैं टेस्ट करके देखदा, इस मॉडल में अपने उत्ते टेस्ट करके देखदा. और जो मैं टेस्ट किया ना, आई वॉज सो हैप्पी कि मैं मतलब राती मैनू नींद नहीं आई कि इन्ना मैनू ऐसा मिल गया कि जे मैनू कोई चिराग मिल गया, राइट. क्योंकि मैनू पूरी डायरेक्शन मिल गई कि मेरा एफर्ट कितने पाना है. हुण मैं उस तो बाद मेरी जी एनर्जी हैगी है, अच्छा वो की बेनीफिट होए, मेरी जी एनर्जी सी वो इन्नी ज़्यादा वध गई बिकॉज मैं वही काम कर रहा थी जिस वास्ते मैं बनया. जी चीज़ मेरी नैचुरल ट्रेट्स है ने, मैं वो काम करता, मैं दूसरे काम करता ही नहीं. मेरी एनर्जी ड्रेन ही नहीं होती, मेरी एनर्जी गलत पासे लगती ही नहीं है, इसलिए मैं खुश और मेरी एनर्जी हमेशा मैं 16 घंटे काम करता. और पिछले 5 साल तो विदाउट संडे एंड सैटरडेज, मैं तो हुणे अपनी जॉब छड्डी है, पर पिछले 5 साल तो मैं जॉब के नाल जॉब का काम ਉਹਦੇ ਨਾਲ अपने बच्चों की काउंसलिंग करनी है, सब करना. क्यों? क्योंकि मेरा जो पैशन एरिया से मैंने पता लग गया, मेरा पैशन एरिया से ये है, मेरा पैशन एरिया सोशल है, मेरा पैशन एरिया एंटरप्रेन्योरशिप है. जो मैं दोनों चीज़ों को कंबाइन किया, मैं अपनी NGO रजिस्टर कर दी, सिख करियर ग्रोथ. फिर उस बाद सैटरडे संडे पता ही नहीं लग रहा और इन्ना खुश. यह होंदा साइकोमैटिक एनालिसिस का बेनीफिट. यू नो योर डायरेक्शन, अगे पिछे नहीं देखते, सामने लक्ष्य है, इत्थे ही जाना है, राइट. और मैनू यह जाके पता लगे 45th ईयर दे विच 45 साल का हो गया सी मैं, तो मैनू जाके पता लग गया. असीं हुण दसदे आ 8वीं क्लास के बच्चे नूं, 8th क्लास के बच्चे नूं असीं दस दिंदे आ कि पेरेंट्स नूं कि बेटे बच्चे इन्हां दा करियर इस साइड ते हैगा, ਇਹਨੂੰ ਇੱਥੇ ਲੈ ਕੇ ਜਾਓ. ਇਹ ਸਬਜੈਕਟਸ ਲਏਗਾ 11th ਦੇ ਵਿੱਚ. ਵੈਰੀ ਇੰਪੋਰਟੈਂਟ, ਕਿਹੜਾ ਸਟਰੀਮ ਲੈਂਦੇ ਹੋ ਤੁਸੀਂ, ਕਿਹੜੇ ਸਬਜੈਕਟ ਚੂਜ਼ ਕਰਦੇ ਹੋ, ਸਬਜੈਕਟ ਦੇ ਕੰਬੀਨੇਸ਼ਨਸ ਕੀ ਹੈਗੇ ਨੇ, ਇਜ਼ ਵੈਰੀ ਇੰਪੋਰਟੈਂਟ ਫॉर ਯੂ. ਜਿਹੜੇ 10th ਕਲਾਸ ਦੇ ਬੱਚੇ, 10th ਕਲਾਸ ਦਾ ਕੋਈ ਬੱਚਾ ਹੈ ਜਿਹੜਾ ਹੁਣ ਬੋਰਡਸ ਦੇਗਾ, ਰਾਈਟ, ਇਜ਼ ਵੈਰੀ ਇੰਪੋਰਟੈਂਟ ਫॉर ਯੂ. ਅਜੇ ਤੱਕ ਕੀ ਹੁੰਦਾ ਸਿਰਫ ਸਬਜੈਕਟਸ ਦੇ ਕੇ मार्क्स दे के नंबर दे देते, कोई साइंस है 90% है कि नाइस साइंस दे दो जी, साइंस ले लेगा जी. अरे बच्चा इस तरह के एग्जाम्पल्स मेरे को लगे ने कि बच्चा साइंस लैके ਉਹਦਾ इंटरस्ट सी कितने होर फाइन आर्ट्स और कर रहा सी इंजीनियरिंग, राइट. सो व्हाट हिल बी वेरी मीडियोकर इंजीनियर, राइट. बट इफ वुड हैव टेकन फाइन आर्ट्स, वो इन्ना वड्डा आर्टिस्ट बनता, राइट. now we have a opportunity कि असी फाइन आर्ट्स भी कर सकते हैं, इंजीनियरिंग भी कर सकते हैं. पहले नहीं सी नहीं, राइट. हुण एजुकेशन सोसाइटी थोड़ी और चेंज हो गई है, NEPs आ गया. तो कहने का मतलब है इट्स वेरी इंपॉर्टेंट फॉर यू टू नो योर एरिया, योर पैशन एरिया, योर इनहेरेंट एट्रीब्यूट्स, राइट. पीछे मैंने दस देना जो टाइम होएगा. ओके, सो रियल स्टोरीज.
preparing for tomorrow, okay, yeah. Side hustle generation, plan to earn extra 87%. ਇਹ ਜਿਹੜੇ ਨੇ ਹੱਥ ਨਹੀਂ ਖੜਾ ਕੀਤਾ ਨਾ ਕਿ ਬਈ ਮੈਂ ਉਹ ਕੰਮ ਨਹੀਂ ਕਰਨਾ ਜਿਹੜਾ ਕਿ ਮੇਰੇ ਮਾਪਿਓ ਕਰਦੇ ਆ, ਉਹ ਆਈ ਹੈਗੇ ਨੇ 87%, ਰਾਈਟ। ਦੇ ਵਾਂਟਡ ਟੂ ਹੈਵ ਸਾਈਡ ਹਸਲ ਕਿ ਬਈ ਇਹ ਤੇ ਚੱਲ ਹੀ ਰਿਹਾ ਹੈ ਮਾਪਿਓ ਦਾ, ਆਪਾਂ ਕੁਝ ਹੋਰ ਵੀ ਕਰੀਏ ਨਾਲ ਨਾਲ, ਰਾਈਟ। ਸੋ ਯੂ ਆਰ ਨਾਟ ਦ ਲੋਨਸ, you have 87% of the teens who think like you, right? 94% career optimism कि भाई AI ਦੇ ਵਿੱਚ फोड़ देंगे अभी AI के अंदर कुछ ना कुछ तो हम, ठीक है। ओ हो जे 94% है ने 100% सक्सेस फॉर्मूला इज critical thinking, your moral values। क्योंकि ਹੁਣ ਕੀ ਹੈਗਾ ਕਿ ਬਾਕੀ ਸਾਰਾ ਸਮਾਜ AI ਦੇ ਵਿੱਚ ਫੋੜਨ ਨੂੰ ਤਿਆਰ ਹੈਗਾ, ਪਰ ਤੁਸੀਂ ਫੋੜੋਗੇ ਵੀ ਤੇ ਨਾਲ ਤੁਸੀਂ ਆਪਣੀ ਮੋਰਲ ਵੈਲਿਊਜ਼ ਦੇ ਨਾਲ ਰੱਖੋਗੇ ਆਪਣੇ, ਤੇ ਤੁਹਾਨੂੰ ਸੰਸਾਰ ਨੇ ਅੱਖਾਂ ਤੇ ਚੁੱਕ ਲੈਣਾ ਹੈ ਕਿ ਯਾਰ ਇਹੋ ਜਿਹਾ ਬੰਦਾ ਚਾਹੀਦਾ ਹੈ, ਦਿਸ ਟਰਬਨ ਸਿੱਖ, ਇਹਨੂੰ ਅਸੀਂ ਦੇਣਾ ਹੈ, ਇਹਨੂੰ ਅਸੀਂ ਵਰਲਡ ਬੈਂਕ ਦਾ ਹੈਡ ਬਣਾਉਣਾ ਹੈ, ਇਹਨੂੰ ਅਸੀਂ ਮਿਲਟਰੀ ਦਾ ਹੈਡ ਬਣਾਉਣਾ ਹੈ, ਇਹਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ whatever organizations that we have, because other people they don't have those ethics ਦਾ, ਉਹਨਾਂ ਦੇ ਕੋਲ moral values ਦਾ ਜਿਹੜਾ ਸਾਡਾ ਹਿਸਟਰੀ ਹੈਗੀ ਉਹ ਨਹੀਂ ਹੈਗੀ। ਸਾਡੇ ਕੋਲ ਜਿਹੜਾ ਵਿਰਸਾ ਹੈਗਾ ਉਹ ਸਾਡੇ ਕੋਲ ਹੈਗਾ, ਸੋ ਯੂ ਹੈਵ ਐਡਵਾਂਟੇਜ। ਤੁਸੀਂ ਫੋੜੋਗੇ ਵੀ ਔਰ ਤੁਸੀਂ ਮੋਰਲ ਵੈਲਿਊਜ਼ ਵੀ ਆਪਣੇ ਇੰਟੈਕਟ ਰੱਖੋਗੇ ਕਿ ਜਿਹਦੇ ਪਿੱਛੇ ਕਾਲ ਲੱਗਿਆ ਹੈ ਨਾ ਉਹ ਦੇਖੇਗਾ। ਹੁਣ ਇੰਟਰਨੈਸ਼ਨਲ ਲੈਵਲ ਤੇ ਸੀ ਹੂ ਆਰ ਦ ਗਰਲਸ ਹੂ ਹੈਵ ਦ ਕਾਜ਼, ਪਿਕ ਅਪ ਦੋਜ਼ ਵਨਸ ਫਰਸਟ। ਇਹ ਸਾਡਾ ਹੌਲੀ ਹੌਲੀ ਕਰਕੇ ਇੰਪ੍ਰੈਸ਼ਨ, ਆਲਰੇਡੀ ਇੰਪ੍ਰੈਸ਼ਨ ਬਣ ਚੁੱਕਾ ਹੈ ਔਰ ਇਹ ਹੋਰ ਸਟਰੈਂਥਨ ਅਪ ਹੋਏਗਾ। ਸੋ ਵਾਟ ਡਜ਼ ਇਟ ਮੀਨ ਇਜ਼ that you have your legacy, you have the newer future coming in which is terrific, right? So you are going to rock, ਤੁਸੀਂ rock ਕਰਨ ਵਾਲੇ ਹੋ, but provided you should be supported by your families. If the families they don't support, ਤੇ ਕਿਹਾ ਕਿ ਮੈਂ ਆਪਾਂ ਇੱਕ ਫੈਮਿਲੀ ਹੈਗੀ ਤੇ you can count upon me, right? So anybody who thinks that she has a capability and the family is not able to understand, so you can call me, I'll talk to you, we'll discuss and then we'll have a, मैं अपने आप sort out करने की कोशिश करांगा, right? We'll talk to your parents also separately, but don't think that you are alone, right? So from now onwards the people who are here are very fortunate because Guru Sahib ने आप भेजा मैंने 250 किलोमीटर दूर, ਤੁਹਾਡੇ ਵਾਸਤੇ ऐसा गुरु साहब आप गवा रहे हैं ਤੇ सुन रहे हैं, right? This is all we believe in। ਇੱਥੇ ਸਾਰੇ ਇਹ ਗੁਰੂ ਦੀ ਜੋਤ ਬੈਠੀਆਂ ਸਾਰੀਆਂ, right? ਅਸੀਂ ਇਹ ਬਿਲੀਵ ਕਰਦੇ ਹਾਂ, ਅਸੀਂ ਕਹਿ ਨਹੀਂ ਰਹੇ, right? ਪਹਿਲੇ ਤਾਂ ਮੈਂ ਸਿਰਫ ਕਹਿੰਦਾ ਸੀ, ਹੁਣ ਜਦੋਂ ਤੋਂ ਸਹਿਜ ਪਾਠ ਅੰਦਰ ਗਿਆ ਹੈ ਨਾ, ਮੈਨੂੰ ਲੱਗਦਾ ਕਿ ਇਹ ਕਹਿਣਾ ਨਹੀਂ ਹੈ, ਇਹ ਤੇ ਫੀਲ ਹੋ ਰਿਹਾ ਹੈ, ਇਹ ਤੇ ਵਰਤ ਰਿਹਾ ਹੈ, right? So when I said ਕਿ ਸਹਿਜ ਪਾਠ ਸ਼ੁਰੂ ਕੀਤਾ ਤੇ ਇੱਕ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਆਪਾਂ ਇਹ ਸਭ ਚੀਜ਼ਾਂ ਦੇ ਉੱਤੇ ਤੇ ਕਰਦੇ ਰਵਾਂਗੇ, ਰਾਈਟ? ਬਟ ਹਾਊ ਡਜ਼ ਸਕਸੈਸ comes out? How do you meet your success? How do you make sure ਕਿ ਤੁਸੀਂ successful ਹੋਵੋ, right? For that ਤੁਹਾਨੂੰ ਆਪਣਾ ਇੱਕੋ ਇੱਕ ਫਾਰਮੂਲਾ ਹੈਗਾ, ਬਾਣੀ ਨੂੰ ਨਾ ਆਪਣੇ ਕੋਲ ਲੈ ਕੇ ਆਓ ਜਾਂ ਆਪ ਨੂੰ ਬਾਣੀ ਦੇ ਨਾਲ ਲੈ ਕੇ ਆਪਣੇ ਕੋਲ ਬਾਣੀ ਦੇ ਕੋਲ ਜਾਓ, ਰਾਈਟ? ਹਾਊ ਡੂ ਯੂ ਡੂ? ਫਿਗਰ ਇਟ ਆਊਟ ਯੋਰਸੈਲਫ, ਆਪਣੇ ਆਪ ਫਿਗਰ ਆਊਟ ਕਰੋ। ਹਰ ਇੱਕ ਵਾਸਤੇ ਆਪਣੇ ਆਪਣੇ ਡਿਫਰੈਂਟ ਪਲਾਨਸ ਹੈਗੇ ਆ, ਰਾਈਟ? ਪਰ ਬਾਣੀ ਦੇ ਨਾਲ ਜਾਓਗੇ, ਇਹ ਕੋਈ ਹਵਾ ਵਾਲੀ ਗੱਲ ਨਹੀਂ ਹੈਗੀ, ਇਹ ਕੋਈ ਮੈਂ ਪ੍ਰਚਾਰਕ ਜਿਸ ਤਰ੍ਹਾਂ ਗੱਲ ਕਰਦੇ ਮੈਂ ਉਸ ਤਰ੍ਹਾਂ ਗੱਲ ਨਹੀਂ ਕਰ ਰਿਹਾ, ਮੈਂ ਪ੍ਰੈਕਟੀਕਲ ਗੱਲ ਕਰ ਰਿਹਾ, ਰਾਈਟ? ਵਾਈ ਆਈ ਹੈਵ ਬੀਨ ਫੋਰਚੂਨੇਟ, ਮੈਂ ਪਹਿਲਾ ਇੰਟਰਵਿਊ ਕਰੈਕ ਕਿਸ ਤਰ੍ਹਾਂ ਹੋਇਆ ਸੀ, ਮੇਰਾ ਦੂਸਰਾ ਇੰਟਰਵਿਊ ਕਰੈਕ ਕਿਸ ਤਰ੍ਹਾਂ ਹੋਇਆ, right? Though I have written in my book, but that's my genesis, that ਬਾਣੀ ਜਿਹੜੀ ਹੈਗੀ ਹੈ ਨਾ ਉਹ ਤੁਹਾਨੂੰ ਦੱਸੇਗੀ ਕਿ ਬਈ ਇਹ ਦੁਨੀਆ ਸੰਸਾਰ ਐਕਚੁਅਲ ਹੈ ਕੀ, ਚੱਲਦਾ ਕਿਸ ਤਰ੍ਹਾਂ ਹੈ, right? So I'm just giving you this clue only and move forward. How to prepare your action plan? ਹੁਣ ਜਾਓਗੇ ਤੇ ਕਰਨਾ ਕੀ ਹੈ? First of all, first step, left side, embrace lifelong learning। ਇਹ mindset ਹੋਣਾ ਚਾਹੀਦਾ ਪਹਿਲੇ। ਲਰਨਿੰਗ ਕਰਨੀ ਹੈ ਯਾਰ, ਕੋਈ ਜ਼ਰੂਰੀ ਹੈ ਪੜ੍ਹਾਈ ਕਰਨੀ ਹੈ, ਪੜ੍ਹਾਈ ਦਾ ਮਤਲਬ ਬੁੱਕਸ ਵਾਲੀ ਲਰਨਿੰਗ ਨਹੀਂ ਹੈਗੀ, ਬੁੱਕਸ ਤੋਂ ਇਲਾਵਾ ਵੀ ਲਰਨਿੰਗ ਹੈਗੀ ਹੈ, ਠੀਕ ਹੈ? ਪਰ ਕੁਝ ਕਰਨਾ ਹੈ ਯਾਰ, ਕੁਝ ਕਰਨਾ ਹੈ,
So those things build dual competencies, right? एक second step build dual competencies. dual दो होंदियां ने पर दो तो ज़्यादा, right? So when I do, मैं ਹੁਣ ਆਪਾਂ ਇਹ ਨਾ ਕਹੀਏ ਕਿ ਮੈਂ ਮਤਲਬ ਇਟਸ ਨਾਟ ਅ ਗੁਮਾਨ, ਮੈਂ ਆਪਣੇ ਤੇ ਗੁਮਾਨ ਨਹੀਂ ਕਰ ਰਿਹਾ, ਬਟ ਜਸਟ ਤੁਹਾਨੂੰ ਇੱਕ ਰੈਫਰੈਂਸ ਪੁਆਇੰਟ ਦੱਸ ਰਿਹਾ ਕਿ ਮੈਂ ਵੈਬਸਾਈਟ ਵੀ ਜਿਸੇ ਕਰੀਅਰ ਗਰੋਥ ਤੁਸੀਂ ਜਾਓਗੇ ਨਾ ਉਹ ਸਾਰੀ ਦੇਖੋਗੇ ਜੋ ਉਹ ਸਾਰੀ ਮੈਂ ਆਪ ਕੱਲਿਆਂ ਨੇ ਬਣਾਈ ਹੈ ਪੂਰੀ, ਰਾਈਟ? ਪੇਮੈਂਟ ਗੇਟਵੇ ਤੋਂ ਲੈ ਕੇ ਸਭ ਚੀਜ਼ਾਂ, ਰਾਈਟ? ਮੈਂ ਖੁਦ ਕੱਲੇ ਕੀਤਾ ਹੈ। ਉਸ ਤੋਂ ਬਾਅਦ ਮੈਂ ਫਾਈਨੈਂਸ ਦੀ ਵੀ ਕੰਮ ਕਰ ਲੈਣਾ ਪੂਰਾ ਕਾਫੀ ਸਾਰਾ, ठीक है? ਇਹਦੇ ਇਲਾਵਾ ਮਾਰਕੀਟਿੰਗ ਦੇ ਸਟ੍ਰੈਟੇਜਿਕ ਪਲਾਨਸ ਮੈਂ ਖੁਦ ਬਣਾਉਂਦਾ, ਮੇਰਾ ਬ੍ਰਿਲੀਅੰਟ ਜਿਹੜਾ ਸਟਾਰਟਅਪ ਹੈ। ਤੇ what I mean to say is that there are a lot of competencies that you have to hone, that you have to develop, right? करते रहो, होता रहेगा, मज़ा आएगा। पहली गल तो ऐसा है ना सोचिए कि यार तो टेंशन वाली काम हो गया, मतलब हैवी सेशन हो गया है, तो कुछ किन्नू लग रहा है हैवी सेशन हो गया है? हाथ खड़ा करो। अच्छा हैवी नहीं लग रहा, इंटरेस्टिंग किन्नू लग रहा है? ओ मेरा दिल रखने वास्ते इंटरेस्टिंग लग रहा है या मतलब एक्चुअली? हाँ, ऑलराइट। सो विच इज़ गुड। सो नेक्स्ट थिंग इज डुअल कॉम्पिटेंसीज तो बनानिया ने, बट गेन रियल लाइफ एक्सपीरियंस। सो जिन्नी तो जल्दी तो जल्दी तुसी अपने प्लान्स नू एग्जीक्यूट करो, जो भी प्लान करते हो करो, ठीक है? छोटे छोटे बच्चे ਵੱਡੇ ਵੱਡੇ प्लान्स करते हैं। ਇਹਨਾਂ ਦੇ ਬੇਟੇ ਨੇ ਵੱਡੇ प्लान्स किए, 19 ईयर्स ਦੇ ਵਿੱਚ ਆਪਣੀ ਕੰਪਨੀ ਖੋਲੀ ਹੈ, ਰਾਈਟ? ਔਰ ਹੁਣੇ ਬਹੁਤ ਅੱਛਾ ਕੰਮ ਕਰ ਰਹੇ ਹੋ, lot of funding which we even can't dream of, right? So ਜਿੰਨੀ ਜਲਦੀ ਹੈਗਾ ਰੀਅਲ ਲਾਈਫ ਐਕਸਪੀਰੀਐਂਸਿਸ ਲਵੋ, ਠੀਕ ਹੈ? ਅਸੀਂ ਬੱਚਿਆਂ ਨੂੰ ਇੰਟਰਨਸ਼ਿਪ ਦੇਣਾ ਮੈਂ, ਰਾਈਟ? ਆਈ ਪੇ them also, ਰਾਈਟ? ਕਿ ਮੇਰੇ ਨਾਲ ਕੰਮ ਕਰੋ, सीखोगे भी तो नाल पेमेंट भी पे भी करते हैं, राइट? सो टेक इंटर्नशिप्स, अर्ली इंटर्नशिप्स। तुसी इंटर्नशिप्स किनू पता है? इंटर्नशिप सुनिया किसी ने ना इंटर्नशिप्स का? अच्छा, इंटर्नशिप होता है कि भाई जिवें ऑफिस दे विच जाण तो पहले मतलब ऐसा समझो कि तुसी ऑफिस विच काम कर रहे हो, कोई ऑफिशियल काम कर रहे हो, ठीक है? ਉਹਨੂੰ ਲਰਨਿੰਗ ਹੈਗੀ ਹੈ ਪਲੱਸ ਆਫੀਸ਼ੀਅਲ ਵਰਕ ਨੂੰ ਜਦੋਂ ਤੁਸੀਂ ਕੰਮ ਕਰਦੇ ਹੋ ਕਿਸੇ ਦੇ ਅੰਡਰ, ਤੇ ਉਹਨੂੰ ਇੰਟਰਨਸ਼ਿਪ ਕਹਿੰਦੇ ਆ। ਤੇ ਉਹ ਇੰਟਰਨਸ਼ਿਪ ਅਸੀਂ ਸਕੂਲ ਦੇ ਬੱਚਿਆਂ ਨੂੰ ਕੀਤੀ ਹੈ। ਸੋ ਦੇਰ ਆਰ ਸੋ ਮੈਨੀ ਯੰਗ ਬ੍ਰਾਈਟ स्टूडेंट्स विद द फैमिलीज, प्रोग्रेसिव फैमिलीज ਜਿਹੜੇ ਆਉਂਦੇ ਸੀ ਕਿ ਸਰ ਮੇਰਾ ਬੇਟਾ 10th 'ਚ ਗਿਆ ਹੁਣ बोर्ड्स हो जाएंगे, 11th 'ਚ आएगा, कुछ इंटर्नशिप कर सकता है? मतलब बिल्कुल इंटर्नशिप ਅਸੀਂ 11th ਦੇ ਵਿੱਚ ਇੰਟਰਨਸ਼ਿਪ ਦਿੱਤੀਆਂ ਬੱਚਿਆਂ ਨੂੰ, 12th ਦੇ ਵਿੱਚ ਦਿੱਤੀਆਂ ਇੰਟਰਨਸ਼ਿਪ। ਉਹ ਆਥਰਸ ਹੈਗੀਆਂ ਨੇ, ਰਾਈਟ? ਸੋ ਆਈ ਪੇਡ them। 11th ਕਲਾਸ ਦੇ ਵਿੱਚ ਉਹਨੇ ਮੇਰੇ ਨਾਲ ਤਕਰੀਬਨ 1 ਸਾਲ ਤੋਂ ਉੱਪਰ ਕੰਮ ਕੀਤਾ, ਐਂਡ ਸ਼ੀ ਹੈਜ਼ ਅਰਨਡ ਅ ਗੁੱਡ ਅਮਾਊਂਟ, ਜਿਹੜਾ ਕਿ ਨੋਰਮਲੀ ਅਸੀਂ ਸੋਚਦੇ ਵੀ ਨਹੀਂ। ਅਸੀਂ ਸੋਚਦੇ ਜਦੋਂ ਅਸੀਂ ਗ੍ਰੈਜੂਏਸ਼ਨ ਕਰ ਚੁੱਕੇ ਹੁੰਦੇ ਹਾਂ, ਰਾਈਟ? ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਰੀਅਲ ਵਰਲਡ ਐਕਸਪੀਰੀਅੰਸ ਜਿੰਨੀ ਜਲਦੀ ਲੈਣਾ ਸ਼ੁਰੂ ਕਰੋ, ਰਾਈਟ? ਤੇ ਕਿਹਦੇ ਕੋਲ ਜਾਣਾ ਪਏਗਾ ਪਤਾ ਕਰਨ ਵਾਸਤੇ ਕਿ ਬਈ ਇੰਟਰਨਸ਼ਿਪਸ ਹੈਗੀ ਹੈ ਜਾਂ ਨਹੀਂ ਹੈਗੀ, ਜਾਂ ਕੋਈ ਹੈਗੀ ਹੈ? ਕਿਹਦੇ ਕੋਲ ਪਤਾ ਕਰੋਗੇ? ਕਿਹਦੇ ਕੋਲ ਪਤਾ ਕਰੋਗੇ? ਪਲੇਟਫਾਰਮਸ ਹੋ ਗਏ ਨੇ, ਜਿਹਦੇ ਫਾਊਂਡਰ ਹੋ ਗਏ ਸਟਾਰਟਅਪ ਦੇ, ਉਹਨਾਂ ਕੋਲ ਜਿਹੜੇ ਸਾਡੇ ਸੀਨੀਅਰਸ ਹੁੰਦੇ ਨੇ ਸਾਡੇ ਫੀਲਡ ਦੇ, ਉਹਨਾਂ ਕੋਲ ਵੀ ਪਤਾ। ਯੈਸ। ਸਭ ਤੋਂ ਪਹਿਲੇ ਜਿਹੜਾ ਵੀ ਬੰਦਾ ਉਸ ਦੇ ਵਿੱਚ ਹੈਗਾ ਆਸ-ਪਾਸ ਦੇ ਫਰੈਂਡਸ ਤੋਂ ਪਤਾ ਕਰੋ, ਠੀਕ ਹੈ? ਗੂਗਲ ਦੇ 'ਚ ਲੱਭੋ, AI ਤੇ ਲੱਭੋ, ਉਹਨਾਂ ਨੂੰ ਮੇਲ ਲਿਖੋ, ਠੀਕ ਹੈ? ਮੇਲ ਲਿਖ ਕੇ ਉਹਨਾਂ ਨੂੰ ਗੱਲ ਕਰੋ ਕਿ ਹਾਂ ਬਈ ਮੈਂ ਇੰਟਰਨਸ਼ਿਪ ਕਰਨਾ ਚਾਹੁੰਦੀ ਹਾਂ ਜਾਂ ਚਾਹੁੰਦਾ, ਠੀਕ ਹੈ? ਇਸ ਏਰੀਆ ਦੇ ਵਿੱਚ ਉਹ ਤੁਹਾਨੂੰ ਬਹੁਤ ਅੱਛਾ ਓਪਰਚੁਨਿਟੀਜ਼ ਮਿਲੇਗੀ। ਜੇ ਘਰ ਬੈਠੇ ਹੱਥ ਰੱਖ ਕੇ ਬੈਠੋਗੇ ਔਰ ਕੁਝ ਨਹੀਂ ਕਰੋਗੇ ਤਾਂ ਫਿਰ ਤਾਂ ਕਿਸੇ ਨੇ ਹੈਲਪ ਨਹੀਂ ਕਰਨੀ, ਰਾਈਟ? ਬਟ ਜੇ ਤੁਸੀਂ ਥੋੜਾ ਜਿਹਾ ਵੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਬਹੁਤ ਅੱਛਾ ਕਰੀਅਰ ਮਿਲੇਗਾ, ਰਾਈਟ? The next one is the role of SME families। ਇਹ ਥੋੜਾ AI ਨਾਲ ਜਨਰੇਟਡ ਇਮੇਜ ਹੈਗੀ ਹੈ ਤਾਂ ਥੋੜਾ ਬਹੁਤ ਕਮੀ ਪੇਸ਼ੀ ਹੈਗੀਆਂ ਨੇ, which is ignore that, right? So ਪੂਰਾ ਪਰਫੈਕਟ ਨਹੀਂ ਹੈਗਾ ਤੇ but what I meant to say here is that role of business class families, strength and values and ambitions। ਜਿਹੜੇ ਹੁਣ business class family ਤੋਂ ਬੱਚੇ ਹੈਗੇ ਆ,
right? So you have the legacy of your entrepreneurial spirit, business acumen ਤੁਹਾਡੇ ਘਰ ਦੇ ਵਿੱਚ ਹੈ ਹੀ ਆ already, right? So but with a sick heritage and powerful assets that you can have a unique advantage, right? ਤੁਸੀਂ ਕੋਈ ਕੰਮ ਕਰੋਗੇ ਜਾਂ ਤੁਹਾਡਾ ਕੰਪੀਟੀਟਰ ਕੋਈ ਕੰਮ ਕਰੇਗਾ, ਦੋਵਾਂ 'ਚ ਫਰਕ ਹੋਏਗਾ। ਤੁਹਾਡੀ ਐਥਿਕਸ ਦਿਖਣਗੀਆਂ, ਉਹਦੀ ਐਥਿਕਸ ਦਿਖਣਗੀਆਂ। ਕਸਟਮਰ ਤੁਹਾਨੂੰ ਚੂਜ਼ ਕਰੇਗਾ, ਉਹਨੂੰ ਚੂਜ਼ ਨਹੀਂ ਕਰੇਗਾ। ਤੁਹਾਡੀ ਐਥਿਕਸ ਦਿਖਣਗੀਆਂ। ਓਵਰ ਦਾ ਟਾਈਮ ਹੋਏਗਾ। ਡੋਂਟ ਐਕਸਪੈਕਟ ਓਵਰਨਾਈਟ ਚੇਂਜ, ਬਟ ਇਟ ਵਿਲ ਹੈਵ ਅ ਚੇਂਜ, ਰਾਈਟ? ਸੋ ਬ੍ਰਿਜ ਟ੍ਰੈਡੀਸ਼ਨ ਐਂਡ ਇਨੋਵੇਸ਼ਨ। ਟ੍ਰੈਡੀਸ਼ਨ ਸਾਡਾ ਜਿਹੜਾ ਸਿੱਖ ਹੈਰੀਟੇਜ ਚੱਲਦਾ ਹੈ, ਬਾਣੀ ਪੜ੍ਹਨੀ ਹੈ, ਸਵੇਰੇ ਪਾਠ ਕਰਨਾ ਹੈ, ਰਾਈਟ? ਸੋ ਉਹ ਵੀ ਕਰਨਾ ਹੈ, ਤੇ ਨਾਲ AI ਵੀ ਪੜ੍ਹਨੀ ਹੈ। ਇਹੋ ਜਿਹੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਬਾਣੀ ਪੜ੍ਹ ਕੇ, ਬਾਣੀ ਦੇ ਉੱਤੇ, ਬਾਣੀ ਪੜ੍ਹਨ ਦਾ ਮਤਲਬ ਇਹ ਨਹੀਂ ਹੈਗਾ ਸਿਰਫ ਬਾਣੀ ਪੜ੍ਹਨੀ ਹੈ, ਬਾਣੀ ਨੂੰ ਸਮਝਣਾ ਹੈ ਕਿ ਗੁਰੂ ਸਾਹਿਬ ਕੀ ਕਹਿ ਕੇ ਗਏ ਨੇ ਸਾਨੂੰ, ਰਾਈਟ? ਸਮਝਣ ਦੀ ਕੋਸ਼ਿਸ਼ ਕਰੀਏ, ਔਰ ਸਮਝਣ ਦੀ ਕੋਸ਼ਿਸ਼ ਕਰਕੇ ਥੋੜਾ ਜਿਹਾ ਅਡੈਪਟ ਕਰਨ ਦੀ ਕੋਸ਼ਿਸ਼ ਕਰੀਏ ਕਿ ਥੋੜਾ ਜਿਹਾ ਨਾ ਸਾਨੂੰ ਆਪਣੇ ਜੀਵਨ ਦੇ ਵਿੱਚ, ਮੈਂ ਐਸਾ ਸੋਚਦੀ ਸੀ, ਹਾਂ ਮੈਂ ਐਸਾ ਸੋਚਾਂਗੀ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਨੇ ਨਾ, ਉਸ ਤਰ੍ਹਾਂ ਸੋਚਾਂਗੀ, ਰਾਈਟ? ਐਸਾ ਹੌਲੀ ਕਰਕੇ ਅਡੈਪਟ ਕਰੋ। ਓਵਰ ਦ ਟਾਈਮ ਤੁਹਾਨੂੰ ਪਤਾ ਲੱਗੇਗਾ ਤੁਸੀਂ ਕੀ ਬਣ ਚੁੱਕੇ ਹੋ, ਤੁਹਾਡੀ ਸਕਸੈਸ ਤੁਹਾਡੇ ਨਾਲ ਚੱਲ ਰਹੀ ਹੈ, ਰਾਈਟ? ਸੋ ਦੈਟਸ ਹਾਊ ਯੂ ਵਿਲ ਕ੍ਰੈਕ ਯੋਰ ਫਰਸਟ ਇੰਟਰਵਿਊਜ਼। ਦੈਟਸ ਹਾਊ the supreme power will play its role, right? ਤੇ ਇਹ ਬ੍ਰਿਜ ਅਸੀਂ ਟ੍ਰੈਡੀਸ਼ਨ ਔਰ ਇਨੋਵੇਸ਼ਨ ਦਾ ਬਣਾਈਏ। ਐਜੂਕੇਸ਼ਨ ਇਜ਼ ਦ ਬ੍ਰਿਜ, ਰਾਈਟ? ਸੋ ਐਜੂਕੇਸ਼ਨ ਅਸੀਂ ਵੱਧ ਤੋਂ ਵੱਧ ਰੱਖਣੀ ਹੈ। ਤੇ ਆਈ ਥਿੰਕ ਇਹਦੇ ਨਾਲ ਹੀ ਵੀ ਆਰ ਅਬਾਊਟ ਟੂ ਐਂਡ। ਸੋ now this is my last slide. So journey ahead is stay curious कि किस तरह हो रहा है, की चल रहा है, पता लगे, सब चीज़ें नई चीज़ें पता लगे, right? Stay ethical because that's very important for us to know ਅਸੀਂ ਆਪਣਾ ਵਿਰਸਾ ਕਿੱਥੇ ਇਹ ਨਾ ਹੋਵੇ ਕਿ ਬਈ ਮੈਂ ਨਾ ਜਦੋਂ ਗੱਡੀ ਚਲਾ ਰਿਹਾ ਹੁੰਦਾ ਤੇ ਗੱਡੀ ਰੈੱਡ ਲਾਈਟ ਆਉਂਦੀ ਹੈ ਤੇ ਮੈਂ ਸਭ ਤੋਂ ਅੱਗੇ ਹੁੰਦਾ ਤੇ ਮੈਂ ਨਾ ਰੋਕ ਲੈਣਾ, ਭਾਵੇਂ ਮੇਰੇ ਪਿੱਛੇ ਕੋਈ ਨਾ ਹੋਵੇ ਜਾਂ ਭਾਵੇਂ ਪਿੱਛੇ ਕੋਈ ਵੀ ਹੋਵੇ, ਕਿਉਂਕਿ ਮੈਂ ਕਹਿੰਦਾ ਕਿ ਉਹ ਕਹਿੰਦਾ ਯਾਰ ਕਿਉਂ ਰੋਕੀ ਹੈ। ਮੇਰੇ ਨਾਲ ਕੋਈ ਮੇਰਾ ਦੋਸਤ ਬੈਠਾ, ਕਹਿੰਦਾ ਕਿਉਂ ਰੋਕੀ, ਬੋਲੇ ਯਾਰ ਦੇਖੋ ਮੈਂ ਚਲੇ ਜਾਵਾਂਗਾ ਨਾ ਤੇ ਦੂਜਿਆਂ ਨੇ, ਤੁਸੀਂ ਚਲੇ ਜਾਓ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਜਾਏਗਾ ਨਾ, ਮੈਂ ਕਹੇਗਾ ਯਾਰ ਉਹ ਦੇਖੋ ਸਰਦਾਰ ਜੀ ਜਾ ਰਹੇ ਹੈ, ਇਹੋ ਜਿਹੇ ਹੁੰਦੇ ਆ, ਰਾਈਟ? ਸੋ ਸਾਨੂੰ ਇਹਦੀ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ, ਰਾਈਟ? ਸੋ ਦੈਟਸ ਵਾਈ ਵੀ ਕੈਨ ਨਾਟ ਬੀ ਅਨਐਥਿਕਲ, ਰਾਈਟ? ਐਂਡ ਦੈਨ ਸਟੇ ਅਡੈਪਟੇਬਲ। ਨਵੀਂ ਚੀਜ਼ਾਂ ਆ ਰਹੀਆਂ ਨੇ, ठीक है, ਉਹਨੂੰ ਅਡਾਪਟ ਕਰੋ और खुशी ਨਾਲ ਅਡਾਪਟ ਕਰੋ। ਜੇ ਨਹੀਂ ਆਉਂਦਾ ਤਾਂ ਵੀ ਆ ਜਾਏਗਾ, ਰਾਈਟ? ਲੈਟਸ ਹੈਵ ਅ ਪੋਜ਼ਿਟਿਵ ਮਾਈਂਡਸੈਟ। ਲੈਟਸ ਟਾਕ ਪੋਜ਼ਿਟਿਵ ਵਿਦ ਇਨ ਆवर ਫੈਮਲੀਜ਼, ਮਮੀਜ਼ ਐਂਡ ਪਾਪਾਜ਼। ਲੈਟਸ ਟਾਕ ਪੋਜ਼ਿਟਿਵ ਅਬਾਊਟ ਫੈਮਲੀਜ਼। ਕਿੰਨੀ ਸਾਰੀ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਛੋਟੇ ਅਰੇ ਯਾਰ ਉਹ ਤਾਂ ਐਸੇ ਬੋਲ ਕੇ ਚਲੇ ਗਏ। these are negative things, this impacts the family culture, right? ਨੈਗੇਟਿਵ ਨਹੀਂ ਬੋਲਣੀਆਂ, ਨਾ ਸੋਚਣੀਆਂ ਨੇ, ਹਾਂ ਠੀਕ ਹੈ ਜੀ ਉਹਨਾਂ ਦਾ ਅੱਛਾ ਸੀ। ਜੇ ਨੈਗੇਟਿਵ ਬਹੁਤ ਜ਼ਿਆਦਾ ਨਿਕਲ ਰਿਹਾ ਤਾਂ ਬੋਲੋ ਹੀ ਨਾ, right? But stay adaptable. That's my last point for you. So anything that anybody wants to have just for 2-3 minutes, I'll just take some questions because क्या कि family ਹੈਗੀ ਹੈ, ਤੁਸੀਂ ਮੈਨੂੰ ਆਪਣੇ ਵੱਡਾ ਸਮਝ ਸਕਦੇ ਹੋ, ਤੇ ਜਿਹੜਾ ਕੋਈ ਕੁਐਸਚਨ ਤੁਹਾਡੇ ਦਿਮਾਗ ਵਿੱਚ ਆ ਰਿਹਾ ਹੈ ਕਿ ਯਾਰ ਇਹ ਕਿਸ ਤਰ੍ਹਾਂ ਕਰਾਂ, ਤਾਂ ਪੁੱਛ ਲਓ, ਕਿਉਂਕਿ ਫਿਰ ਪਤਾ ਨਹੀਂ ਮੌਕਾ ਨਹੀਂ ਮਿਲੇਗਾ ਔਰ ਆਪਾਂ ਘਬਰਾਉਂਦੇ ਤੇ ਕਿਸੇ ਕੋਲ ਵੀ ਨਹੀਂ, ਜੱਜ ਵੀ ਅਸੀਂ ਕਿਸੇ ਨੂੰ ਨਹੀਂ ਕਰਨਾ। ऑलराइट, किसी का हैंड रेज कर रहे थे उन्हें कर लो। ऑलराइट, सो गाइस थैंक यू वेरी मच फॉर बीइंग सच अ वंडरफुल ऑडियंस एंड फिर वापस वाहिगुरु जी का खालसा वाहिगुरु जी की फतेह। दैट्स ऑल फ्रॉम मी, गुरप्रीत सिंह, थैंक यू वेरी मच।